ਪ੍ਰੋਗਰਾਮ ਫਾਈਨੈਂਸ਼ੀਅਲ ਟਾਕ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਨਿਰਲੇਪ ਗਿੱਲ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਤੇ ਤੁਹਾਡਾ ਪ੍ਰੋਗਰਾਮ ਦੇ ਵਿੱਚ ਬਹੁਤ-ਬਹੁਤ ਸਵਾਗਤ ਹੈ। ਤੁਸੀਂ ਇਸ ਸੈਗਮੈਂਟ ਨੂੰ ਲਾਈਕ ਕਰਦੇ ਹੋ, ਅਸੀਂ ਤੁਹਾਡਾ ਬਹੁਤ-ਬਹੁਤ ਧੰਨਵਾਦ ਕਰਦੇ ਹਾਂ। ਅਗਾਏ ਬਗਾਏ ਤੁਹਾਡੇ ਫੋਨ ਕਾਲਸ ਆਉਂਦੇ ਨੇ, ਮੈਸੇਜਸ ਆਉਂਦੇ ਨੇ, ਉਹਦੇ ਲਈ ਬਹੁਤ-ਬਹੁਤ ਧੰਨਵਾਦ। ਔਰ ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਇਹ ਪ੍ਰੋਗਰਾਮ ਜਿਸ ਤਰ੍ਹਾਂ ਤੁਸੀਂ ਚਾਹੋ ਉਸ ਤਰ੍ਹਾਂ ਅਸੀਂ ਤੁਹਾਡੇ ਲਈ ਪੇਸ਼ ਕਰੀਏ। ਔਰ ਖਾਸ ਕਰਕੇ ਅਸੀਂ ਇਸ ਪ੍ਰੋਗਰਾਮ ਦੇ ਵਿੱਚ ਫਾਈਨੈਂਸ ਨਾਲ ਰਿਲੇਟਡ ਗੱਲਾਂ ਬਾਤਾਂ ਕਰਦੇ ਹਾਂ। ਉਹਦੇ ਵਿੱਚ ਬਹੁਤ ਸਾਰੇ ਸੈਗਮੈਂਟ ਆ ਜਾਂਦੇ ਆ, ਇੰਸ਼ੋਰੈਂਸ ਬਾਰੇ, RRSP ਬਾਰੇ, RESP ਬਾਰੇ, ਜਾਂ ਆਪਾਂ ਕਹਿ ਸਕਦੇ ਹਾਂ ਕਿ ਹਰ ਤਰ੍ਹਾਂ ਦੀ ਜਿਹੜੀ ਫਾਈਨੈਂਸ਼ੀਅਲ ਐਡਵਾਈਸ ਆ ਤੁਹਾਨੂੰ ਅਸੀਂ ਮੁਹੱਈਆ ਕਰਦੇ ਹਾਂ। ਅਕੋਰਡਿੰਗ ਤੁਹਾਡੇ ਜਿਹੜੇ ਕੁਐਸਚਨ ਆ ਉਹਨਾਂ ਦੇ ਨਾਲ ਰਿਲੇਟਡ ਅਸੀਂ ਜੋ ਵੀ ਤੁਹਾਡੇ ਹੁੰਦੇ ਆ ਕੁਐਸਚਨ, ਉਹਨਾਂ ਦੇ ਅਸੀਂ ਆਨਸਰ ਦੇਣ ਦੀ ਕੋਸ਼ਿਸ਼ ਕਰਦੇ ਹਾਂ। ਔਰ ਸਾਡੇ ਨਾਲ ਵਿਸ਼ਾ ਬਾਹਰ ਜਿਹੜੇ ਨੇ ਉਹ ਬਲਜੀਤ ਢੀਂਡਸਾ ਜੀ ਹੁੰਦੇ ਨੇ, ਅੱਜ ਵੀ ਮੇਰੇ ਨਾਲ ਪ੍ਰੋਗਰਾਮ ਵਿੱਚ ਸ਼ਾਮਲ ਨੇ। ਆਪਾਂ ਪਹਿਲਾਂ ਉਹਨਾਂ ਦਾ ਕਰਦੇ ਹਾਂ ਸਵਾਗਤ ਅਤੇ ਫਿਰ ਉਹਨਾਂ ਨਾਲ ਕਰਦੇ ਹਾਂ ਗੱਲਬਾਤ। ਸੋ ਬਲਜੀਤ ਜੀ, ਤੁਹਾਡਾ ਪ੍ਰੋਗਰਾਮ ਦੇ ਵਿੱਚ ਬਹੁਤ-ਬਹੁਤ ਸਵਾਗਤ ਹੈ ਜੀ। ਥੈਂਕ ਯੂ ਜੀ। ਮੇਰੇ ਵੱਲੋਂ ਵੀ ਸਾਰੇ ਵਿਊਅਰਸ ਨੂੰ ਗੁੱਡ ਆਫਟਰਨੂਨ, ਸਤਿ ਸ਼੍ਰੀ ਅਕਾਲ ਜੀ। ਸੋ ਬਲਜੀਤ ਜੀ, ਆਪਾਂ ਕੋਸ਼ਿਸ਼ ਕਰਦੇ ਹਾਂ ਕਿ ਇਸ ਪ੍ਰੋਗਰਾਮ ਦੇ ਵਿੱਚ ਫਾਈਨੈਂਸ ਨਾਲ ਰਿਲੇਟਡ ਜਿੰਨੀਆਂ ਵੀ ਕੁਐਸਚਨ ਹੈਗੇ ਉਹਨਾਂ ਦੇ ਆਨਸਰ ਦਿੱਤੇ ਜਾਣ ਅਤੇ ਸਾਡੇ ਜਿਹੜੇ ਦਰਸ਼ਕ ਹੈਗੇ ਆ ਉਹਨਾਂ ਨੂੰ ਇਸ ਪ੍ਰੋਗਰਾਮ ਦੇ ਰਾਹੀਂ ਥੋੜ੍ਹੀ ਬਹੁਤੀ ਜਿਹੜੀ ਆਪਾਂ ਸਾਈਕੋ ਐਜੂਕੇਸ਼ਨ ਦੇ ਸਕੀਏ ਤਾਂ ਕਿ ਉਹਨਾਂ ਲਈ ਇਹ ਲਾਹੇਵੰਦ ਸਾਬਿਤ ਹੋਵੇ। ਸੋ ਆਪਾਂ ਸ਼ੁਰੂਆਤ ਕਰਦੇ ਹਾਂ ਅੱਜ ਦੇ ਪ੍ਰੋਗਰਾਮ ਦੀ। ਇੰਸ਼ੋਰੈਂਸ ਨਾਲ ਰਿਲੇਟਡ ਅੱਜ ਦਾ ਪ੍ਰੋਗਰਾਮ ਹੈ। ਅੱਗੇ ਜਾ ਕੇ ਆਪਾਂ ਗੱਲਬਾਤ ਕਰਾਂਗੇ ਨਾਨ ਮੈਡੀਕਲ ਇੰਸ਼ੋਰੈਂਸ ਬਾਰੇ। ਪਰ ਆਪਾਂ ਜੇ ਸ਼ੁਰੂਆਤ ਦੇ ਵਿੱਚ ਗੱਲ ਕਰੀਏ ਕਿ ਸਾਨੂੰ ਇੰਸ਼ੋਰੈਂਸ ਦੀ ਕਿਉਂ ਲੋੜ ਹੈ, ਚਾਹੇ ਉਹ ਕਿਸੇ ਕਿਸਮ ਦੀ ਇੰਸ਼ੋਰੈਂਸ ਆ, ਲਾਈਫ ਇੰਸ਼ੋਰੈਂਸ ਆ ਜਾਂ ਆਪਾਂ ਕਹਿ ਲਈਏ ਜਾਂ ਕ੍ਰਿਟੀਕਲ ਇਲਨੈਸ ਦੀ ਇੰਸ਼ੋਰੈਂਸ ਆ, ਕਿਉਂ ਜ਼ਰੂਰਤ ਆ ਸਾਨੂੰ? ਹਾਂਜੀ, ਇਟਸ ਅ ਗ੍ਰੇਟ ਕੁਐਸਚਨ ਭਾਜੀ। ਸੋ ਆਪਾਂ ਜਿੱਦਾਂ ਅੱਜ ਗੱਲ ਕਰ ਰਹੇ ਹਾਂ, ਜਿੱਦਾਂ ਤੁਸੀਂ ਮੈਂਸ਼ਨ ਕੀਤਾ ਨਾਨ ਮੈਡੀਕਲ ਜਿਹੜੀ ਇੰਸ਼ੋਰੈਂਸ ਆ, ਸੋ ਇਹ ਇੰਸ਼ੋਰੈਂਸ ਜਿਹੜੀ ਆ ਬਹੁਤ ਕਹਿ ਲਓ ਵੀ ਅੱਜ ਦੇ ਯੁੱਗ ਵਿੱਚ ਬੜੀ ਅਹਿਮੀਅਤ ਰੱਖਦੀ ਆ। ਕਰਕੇ ਜਦੋਂ ਆਪਾਂ ਸਟੈਟਸ ਦੇਖ ਰਹੇ ਹਾਂ ਕਿ ਜਿਹੜੀਆਂ ਕਾਮਨ ਕਹਿ ਲਓ ਵੀ ਸੀਰੀਅਸ ਇਲਨੈਸ, ਹਾਰਟ ਅਟੈਕ ਹੋ ਗਿਆ, ਸਟ੍ਰੋਕ ਹੋ ਗਿਆ, ਕੈਂਸਰ ਹੋ ਗਿਆ, ਜਦੋਂ ਆਪਾਂ ਸਟੈਟ ਦੇਖਦੇ ਹਾਂ ਤੇ 10 ਪੀਪਲਾਂ ਦੇ ਵਿੱਚੋਂ ਕਹਿ ਲਓ ਵੀ 9 ਨੂੰ ਜਿੱਦਾਂ ਆ ਕੋਈ ਹੈਲਥ ਰਿਲੇਟਡ ਕਹਿ ਲਓ ਵੀ ਜਾਂ ਹਾਰਟ ਰਿਲੇਟਡ ਕੋਈ ਨਾ ਕੋਈ ਇਸ਼ੂ ਜਿਹੜਾ ਆ ਉਹਨਾਂ ਦੇ ਪਾਸ ਦੇ ਵਿੱਚ, ਲਾਈਫ ਦੇ ਵਿੱਚ ਜ਼ਰੂਰ ਆਇਆ ਆ। ਅਤੇ ਕੈਂਸਰ ਨੂੰ ਜਦੋਂ ਆਪਾਂ ਦੇਖਦੇ ਹਾਂ ਤਾਂ ਸਟੈਟਸ ਕਹਿ ਰਹੇ ਆ ਵੀ ਜਦੋਂ ਆਪਾਂ ਮੇਲ ਦੀ ਗੱਲ ਕਰ ਰਹੇ ਹਾਂ ਤਾਂ 49% ਜਿਹੜੇ ਆ, ਸੋ ਵੀ ਕੈਨ ਸੇ ਹਾਫ ਆਫ ਦ ਮੇਲਸ ਜਿਹੜੀ ਕੈਂਸਰ ਦੀ ਸ਼ਿਕਾਇਤ ਜਿਹੜੀ ਆ ਉਹਨਾਂ ਨੂੰ ਲਾਈਫ ਟਾਈਮ ਦੇ ਵਿੱਚ ਹੋ ਸਕਦੀ ਆ। ਸੋ ਲੇਡੀਜ਼ ਨੂੰ ਆਪਾਂ ਜੇ ਉਹਨਾਂ ਦੇ ਸਟੈਟਸ ਦੇਖਦੇ ਹਾਂ, ਸੋ ਦੇ ਆਰ ਨਾਟ ਰੀਅਲੀ ਬਿਹਾਈਂਡ, ਸੋ 45%, ਸੋ ਵੀ ਕੈਨ ਅਗੇਨ ਵੈਰੀ ਵੈਰੀ ਕਲੋਜ਼ ਟੂ ਹਾਫ। ਸੋ ਜੇ 2% ਆ ਉਹਨਾਂ ਦੇ ਵਿੱਚੋਂ ਇੱਕ ਨੂੰ ਸੰਭਾਵਨਾ ਹੈ ਕੈਂਸਰ ਹੋਣ ਦੀ। ਸੋ ਇਹ ਜਦੋਂ ਆਪਾਂ ਸਟੈਟਸ ਦੇਖਦੇ ਹਾਂ ਉਹਨਾਂ ਕਰਕੇ ਮੈਂ ਅੱਜ ਜਿਹੜਾ ਆ ਟੌਪਿਕ ਜਿਹੜਾ ਆ ਕਰਕੇ ਕਈ ਵਾਰੀ ਆਪਣੇ ਕੁਐਸਚਨ ਆਉਂਦੇ ਆਪਣੇ ਵਿਊਅਰਸ ਦੇ ਵੀ ਤੁਸੀਂ ਇਸ ਟੌਪਿਕ ਬਾਰੇ ਜ਼ਰੂਰ ਗੱਲ ਕਰੋ। ਕਰਕੇ ਜਦੋਂ ਆਪਾਂ ਆਪਣੇ ਫਰੈਂਡ ਸਰਕਲ ਵਿੱਚ ਦੇਖਦੇ ਹਾਂ ਜੀ ਜਾਂ ਆਪਣੀ ਫੈਮਿਲੀ ਦੇ ਵਿੱਚ ਆ, ਕੋਈ ਨਾ ਕੋਈ ਆਪਣਾ ਜਿਹੜਾ ਸਰਕਲ ਦੇ ਵਿੱਚ ਉਹਨਾਂ ਨੂੰ ਇੱਦਾਂ ਦੀ ਪ੍ਰੋਬਲਮ ਆ, ਹੈਲਥ ਪ੍ਰੋਬਲਮ ਆਈ ਆ ਜਿਹਦੇ ਕਰਕੇ ਉਹਨਾਂ ਨੂੰ ਇੰਸ਼ੋਰੈਂਸ ਨਹੀਂ ਮਿਲ ਰਹੀ ਹੈਗੀ। ਸੋ ਥੋੜ੍ਹਾ ਜਿਹਾ ਨਿਰਾਸ਼ਾ ਦਾ ਕਹਿ ਲਓ ਵੀ ਉਹਨਾਂ ਨੂੰ ਸਾਹਮਣਾ ਕਰਨਾ ਪੈਂਦਾ ਆ। ਸੋ ਇਹਦੇ ਕਰਕੇ ਆਪਾਂ ਕਹਿੰਦੇ ਹਾਂ ਵੀ ਜਿਹੜੇ ਵੀ ਇਨ ਦਾ ਪਾਸਟ ਉਹਨਾਂ ਨੂੰ ਹੈਲਥ ਇਸ਼ੂ, ਹਾਰਟ ਅਟੈਕ ਜਾਂ ਕੈਂਸਰ ਰਿਲੇਟਡ ਕੋਈ ਵੀ ਹੈਲਥ ਇਸ਼ੂ ਇਨ ਦਾ ਪਾਸਟ ਆਇਆ ਆ ਜਾਂ ਉਹਨਾਂ ਨੂੰ ਬਾਈਪਾਸ ਉਹਨਾਂ ਦੀ ਸਰਜਰੀ ਹੋਈ ਆ, ਸਟੰਟ ਪਿਆਏ ਆ, ਰਾਈਟ, ਉਹਨਾਂ ਪੀਪਲਾਂ ਵਾਸਤੇ ਆਪਾਂ ਇਹ ਇੰਸ਼ੋਰੈਂਸ ਜਿਹੜੀ ਆ ਪ੍ਰੋਡਕਟ ਆ ਲੈ ਕੇ ਅੱਜ ਆਏ ਹਾਂ। ਸੋ ਇਹਦੇ ਵਿੱਚ ਸਮੋਕਰ ਵੀ ਆਪਾਂ ਕਰ ਸਕਦੇ ਹਾਂ ਵੀ ਜਿੱਦਾਂ ਜਿਹੜੀ ਸਮੋਕ ਹੈਵੀ ਕਰਦੇ ਆ ਉਹਨਾਂ ਲਈ ਵੀ ਇਹ ਜਿਹੜਾ ਪ੍ਰੋਡਕਟ ਆ ਵੈਰੀ ਬੈਨੀਫਿਟ ਆ। ਜਾਂ ਜੇ ਕਹਿ ਰਹੇ ਆ ਵੀ ਅਸੀਂ ਆਪਣੇ ਫॉर ਸਮ ਰੀਜ਼ਨ ਉਹ ਆਪਣੀ ਜਿਹੜੀ ਆ ਹੈਲਥ ਹਿਸਟਰੀ ਜਿਹੜੀ ਆ ਉਹ ਡਿਸਕਲੋਜ਼ ਨਹੀਂ ਕਰਨਾ ਚਾਹੁੰਦੇ, ਉਹ ਕਹਿੰਦੇ ਆ ਵੀ ਸਾਡੀ ਹਿਸਟਰੀ ਜਿਹੜੀ ਆ ਹੈਲਥ ਉਹ ਕਿਸੇ ਵੀ ਰੈਕਡ ਵਿੱਚ ਨਹੀਂ ਆਉਣੀ ਚਾਹੁੰਦੀ ਹੈ, ਅਤੇ ਉਹਦੇ ਨਾਲ ਫਿਰ ਆਪਾਂ ਨਾਨ ਮੈਡੀਕਲ ਜਿਹੜੀ ਇੰਸ਼ੋਰੈਂਸ ਉਹਨਾਂ ਦੀ ਕਰ ਸਕਦੇ ਹਾਂ, ਰਾਈਟ। ਸੋ ਐਂਡ ਆਲਸੋ ਅਗੇਨ ਭਾਜੀ ਇਹ ਜਿਹੜੀ ਪਾਲਿਸੀ ਆਪਾਂ ਜਦੋਂ ਪਲਾਨ ਤਿਆਰ ਕਰਦੇ ਹਾਂ, ਸੋ ਇਹ ਇੰਸ਼ੋਰੈਂਸ ਜਿਹੜੀ ਆ ਇਟ ਡਜ਼ਨਟ ਟੇਕ ਮੰਥਸ or 6 weeks or 8 weeks. You can get this plan within few days. So maybe 1 to 5 days ਤੁਹਾਨੂੰ ਇਹ ਪਲਾਨ ਜਿਹੜੀ ਆ ਮਿਲ ਸਕਦੀ ਆ। ਹੁਣ ਤੁਹਾਡਾ ਕੁਐਸਚਨ ਸੀਗਾ ਵੀ ਆਪਾਂ ਨੂੰ ਇੰਸ਼ੋਰੈਂਸ ਚਾਹੀਦੀ ਕਿਉਂ ਆ? ਸੋ ਇੰਸ਼ੋਰੈਂਸ ਜਿਹੜੀ ਆ ਆਪਾਂ ਇੱਕ ਤਾਂ ਕਹਿ ਲਓ ਵੀ ਆਪਾਂ ਇਸ ਦੁਨੀਆ ਵਿੱਚ ਨਹੀਂ ਰਹਿੰਦੇ ਹੈਗੇ ਤਾਂ ਆਪਣੇ ਜਿਹੜੇ ਲਵ ਵਨਸ ਆ ਆਪਾਂ ਕਹਿੰਦੇ ਆ ਵੀ ਜਿਹੜੀ ਅਸੀਂ ਕਮਾਈ ਕਰ ਰਹੇ ਸੀਗੇ ਜਾਂ ਕੋਈ ਸੇਵਿੰਗ ਕਰ ਰਹੇ ਸੀਗੇ, ਸਾਡੇ ਜਾਣ ਤੋਂ ਬਾਅਦ ਵਿੱਚ ਉਹਨਾਂ ਨੂੰ ਕੋਈ ਡਿਫਿਕਲਟੀ ਨਹੀਂ ਆਵੇ, ਸੋ ਕਲੇਮ ਜਿਹੜਾ ਆ ਉਹ ਪੇ ਕੀਤਾ ਜਾਵੇ, ਰਾਈਟ। ਆਪਾਂ ਕਵਰੇਜ ਇਸ ਕਰਕੇ ਲੈਂਦੇ ਆ ਵੀ ਬੇਸਿਕਲੀ ਜਿਹੜੀ ਆ ਸਾਡੀ ਇਨਕਮ ਨੂੰ ਰਿਪਲੇਸ ਕਰੇ।
ਦੂਸਰਾ ਹੈ ਆਪਾਂ ਕਹਿੰਦੇ ਆ ਵੀ ਅਗਰ ਉਹਨਾਂ ਦੇ ਸਿਰ ਤੇ ਕਹਿ ਲਓ ਵੀ ਕਿਸੇ ਤਰ੍ਹਾਂ ਦੇ ਵੀ ਕਰਜ਼ੇ ਆ, ਮੌਰਗੇਜ ਲੈ ਲਓ, ਕੋਈ ਆਪਾਂ ਨੂੰ ਉਹਨਾਂ ਨੇ ਲੀਜ਼ ਕਾਰ ਤੇ ਲਈ ਆ, ਜਾਂ ਬੱਚਿਆਂ ਦਾ ਹੀ ਕਹਿ ਲਓ ਵੀ ਬੱਚੇ ਯੰਗ ਏਜ 'ਚ ਆ, ਉਹਨਾਂ ਦੀ ਪੜ੍ਹਾਈ ਵਾਸਤੇ ਕੋਈ ਵੀ ਉਹਨਾਂ ਦੇ ਸਿਰ ਕਰਜ਼ਾ ਆ, ਜਾਂ ਆਪਾਂ ਕਹਿੰਦੇ ਆ ਵੀ ਆਪਣੀ ਜਿਹੜੀ ਆ ਕਹਿ ਲਓ ਵੀ ਪਰਿਵਾਰ ਦੇ ਵਿੱਚ ਕਾਫੀ ਖੁਸ਼ਹਾਲੀ ਆ ਫਾਈਨੈਂਸ਼ਲੀ ਐਂਡ ਹੈਲਥ ਵਾਈਜ਼, ਪਰ ਆਪਣੀ ਅਚਾਨਕ ਉਦੋਂ ਹੀ ਕਹਿ ਲਓ ਵੀ ਏਜ ਕਰਕੇ ਪੇਰੈਂਟਸ ਦੀ ਡੈਥ ਹੋ ਜਾਂਦੀ ਆ, ਤੇ ਉਹਦੇ ਕਰਕੇ ਜਿਹੜਾ ਆਪਣੀ ਅਸਟੇਟ ਜਿਹੜੀ ਆ ਟੈਕਸਿਸ ਆ ਉਹਦੇ ਨਾਲ ਵੀ ਆਪਾਂ ਜਿਹੜੀ ਇੰਸ਼ੋਰੈਂਸ ਪਾਲਿਸੀ ਦੇ ਨਾਲ ਆਪਾਂ ਕਵਰ ਕਰ ਸਕਦੇ ਹਾਂ। ਸੋ ਬਹੁਤ ਸਾਰੀਆਂ ਚੀਜ਼ਾਂ ਹੈ ਜਿਨ੍ਹਾਂ ਨਾਲ ਆਪਾਂ ਭਾਜੀ ਇੰਸ਼ੋਰੈਂਸ ਜਿਹੜੀ ਆ ਪਾਲਿਸੀ ਆ, ਕਲੇਮ ਆ, ਜਿਹੜੀ ਲੰਪ ਸਮ ਮਨੀ ਤੁਹਾਨੂੰ ਮਿਲਦੀ ਆ, ਤੁਸੀਂ ਯੂਜ਼ ਕਰ ਸਕਦੇ ਆ ਜੀ। ਸੋ ਬਲਜੀਤ ਜੀ, ਜਦੋਂ ਆਪਾਂ ਇੰਸ਼ੋਰੈਂਸ ਕਰਾਉਂਦੇ ਆ, ਚਾਹੇ ਉਹ ਕ੍ਰਿਟੀਕਲ ਇਲਨੈਸ ਹੋਵੇ, ਚਾਹੇ ਲਾਈਫ ਇੰਸ਼ੋਰੈਂਸ ਹੋਵੇ, ਜਾਂ ਬਹੁਤ ਸਾਰੀਆਂ ਇੰਸ਼ੋਰੈਂਸਿਸ ਦੇ ਵਿੱਚ ਤੁਹਾਡੀ ਜਿਹੜੀ ਆ ਜਿਵੇਂ ਤੁਸੀਂ ਪਹਿਲਾਂ ਜ਼ਿਕਰ ਕੀਤਾ ਕਿ ਉਹ ਤੁਹਾਡੀ ਹਿਸਟਰੀ ਜਾਣਨਾ ਚਾਹੁੰਦੇ ਆ, ਪਰਿਵਾਰ ਦੀ ਹਿਸਟਰੀ, ਤੁਹਾਡੀ ਹਿਸਟਰੀ, ਤੁਹਾਡੀ ਮੈਡੀਕਲ ਹਿਸਟਰੀ, ਕਿਹੜੇ ਕਿਹੜੇ ਰੋਗ ਤੁਹਾਨੂੰ ਲੱਗੇ ਨੇ, ਔਰ ਜਦੋਂ ਆਪਾਂ ਇਹ ਸਾਰਾ ਕੁਝ ਪ੍ਰੋਵਾਈਡ ਕਰਨਾ ਪੈਂਦਾ ਆਪਾਂ ਨੂੰ ਡਿਫਰੈਂਟ ਸੋਰਸਿਸ ਦੇ ਥਰੂ ਕਿ ਆਹ ਚੀਜ਼ਾਂ ਜਿਹੜੀਆਂ ਹੈਗੀਆਂ ਜਾਂ ਡਾਕਟਰ ਦੇ ਨਾਲ ਵੀ ਬੜਾ ਲੱਗਦਾ ਜੀ ਉਹਦੇ ਤੇ ਬਿਲਕੁਲ। ਜਦੋਂ ਆਪਾਂ ਨਾਨ ਮੈਡੀਕਲ ਦੀ ਗੱਲ ਕਰਦੇ ਹਾਂ, ਤੁਸੀਂ ਹੁਣੇ ਜ਼ਿਕਰ ਕੀਤਾ, ਥੋੜ੍ਹਾ ਜਿਹਾ ਸਾਨੂੰ ਇਹਦੇ 'ਚ ਡਿਫਰੈਂਸ ਦੱਸਿਓ ਜਦੋਂ ਆਪਾਂ ਥਰੂ ਮੈਡੀਕਲ ਕਰਵਾ ਕੇ ਇੰਸ਼ੋਰੈਂਸ ਕਰਵਾਉਂਦੇ ਆ, ਕਿਉਂਕਿ ਜਿਹੜਾ ਇੱਕ ਹੈਲਥੀ ਇਨਸਾਨ ਆ ਜਿਹਨੂੰ ਕੋਈ ਨਹੀਂ ਰੋਗ, ਜਿਹੜਾ ਕੋਈ ਨਹੀਂ ਡਰਿੰਕ ਕਰਦਾ, ਸਮੋਕ ਕਰਦਾ, ਜਾਂ ਕੋਈ ਹਾਰਟ ਪ੍ਰੋਬਲਮ ਨਹੀਂ, ਜਾਂ ਕੋਈ ਕਿਸੇ ਕਿਸਮ ਦੀ ਡਿਸੀਜ਼ ਨਹੀਂ, ਉਹਨੂੰ ਈਜ਼ੀ ਹੈ ਇੰਸ਼ੋਰੈਂਸ ਜਿਹੜੀ ਹੈਗੀ ਆ ਲੈਣੀ। ਪਰ ਕਈ ਵਾਰੀ ਆਪਾਂ ਦੇਖਦੇ ਹਾਂ ਕਿ ਜਿਵੇਂ ਸਾਊਥ ਏਸ਼ੀਅਨ ਆਪਣੇ ਭਾਈਚਾਰੇ ਦੇ ਵਿੱਚ ਬਹੁਤ ਸਾਰੇ ਆਪਾਂ ਨੂੰ ਬਿਮਾਰੀਆਂ ਹੈਗੀਆਂ, ਕੁਛ ਅਸੀਂ ਕਹਿ ਸਕਦੇ ਹਾਂ ਕਿ ਸਾਨੂੰ ਜੈਨੇਟਿਕ ਤੌਰ 'ਤੇ ਮਿਲੀਆਂ ਵੀ ਆ, ਜਾਂ ਕੁਛ ਸਾਊਥ ਏਸ਼ੀਅਨ ਦੇ ਵਿੱਚ ਪਾਪੂਲਰ ਜਿਵੇਂ ਬਿਮਾਰੀਆਂ ਹੈਗੀਆਂ, ਹਾਰਟ ਅਟੈਕ ਆ, ਡਾਇਬੀਟੀਜ਼ ਆ, ਇਹ ਚੀਜ਼ਾਂ ਆਪਣੇ ਕਮਿਊਨਿਟੀ ਦੇ ਵਿੱਚ ਆਮ ਪਾਈਆਂ ਜਾਂਦੀਆਂ। ਤੇ ਜਦੋਂ ਬੰਦੇ ਆਪਣੇ ਕੁਛ ਜਿਹੜੇ ਵੀਰ ਭੈਣ ਹੈਗੇ ਆ, ਉਹ ਹਿਚਕਚਾਉਂਦੇ ਆ ਕਿ ਜਦੋਂ ਅਸੀਂ ਆਪਦੀ ਮੈਡੀਕਲ ਕਰਾਵਾਂਗੇ ਤਾਂ ਹੋ ਸਕਦਾ ਸਾਨੂੰ ਜਿਹੜਾ ਪ੍ਰੀਮੀਅਮ ਜ਼ਿਆਦਾ ਦੇਣਾ ਪਵੇ, ਜਾਂ ਮਹਿੰਗੀ ਇੰਸ਼ੋਰੈਂਸ ਮਿਲੂਗੀ, ਜਾਂ ਸਾਡੀ ਕਵਰੇਜ ਘੱਟ ਹੋਊਗੀ, ਕੁਛ ਇਸ ਤਰ੍ਹਾਂ ਦਾ ਡਰ ਪਾਇਆ ਜਾਂਦਾ। ਸੋ ਜਦੋਂ ਆਪਾਂ ਨਾਨ ਮੈਡੀਕਲ ਦੀ ਗੱਲ ਕਰਦੇ ਹਾਂ, ਇਹਦੇ ਤੋਂ ਕੀ ਭਾਵ ਆ ਵੀ ਕੋਈ ਮੈਡੀਕਲ ਨਹੀਂ ਹੁੰਦਾ, ਕਿਸ ਤਰ੍ਹਾਂ ਵਰਕ ਕਰਦੀ ਹੈ? ਥੋੜਾ ਸਾਡੇ ਦਰਸ਼ਕਾਂ ਨੂੰ ਸਾਂਝ ਪਾਓ। ਹਾਂਜੀ, ਜਦੋਂ ਆਪਾਂ ਇੰਸ਼ੋਰੈਂਸ ਲਈ ਅਪਲਾਈ ਕਰਦੇ ਹਾਂ, ਮੈਂ ਤਾਂ ਹਮੇਸ਼ਾ ਹੀ ਰეკਮੈਂਡ ਕਰਦੀ ਹਾਂ ਵੀ ਤੁਹਾਨੂੰ ਇੰਸ਼ੋਰੈਂਸ ਉਦੋਂ ਲੈਣੀ ਚਾਹੀਦੀ ਹੈ ਜਦੋਂ ਤੁਸੀਂ ਯੰਗ ਐਂਡ ਹੈਲਥੀ ਹੋ ਜੀ, ਤੇ ਉਹਦੇ ਨਾਲ ਆਪਣਾ ਪ੍ਰੀਮੀਅਮ ਵੀ ਕਾਫੀ ਘੱਟ ਜਾਂਦਾ ਆ। ਉੱਦਾਂ ਵੀ ਆਪਣੇ ਨਾਲ ਕਹੀਦਾ ਵੀ ਆਪਾਂ ਨੂੰ ਜਿਹੜਾ ਕਲੇਮ ਆ 100% ਮਿਲੇਗਾ, ਕਰਕੇ ਆਪਾਂ ਥੋੜਾ ਜਿਹਾ ਝਿਜਕਾਉਂਦੇ ਨਹੀਂ ਹੈਗੇ ਵੀ ਸਾਡੀ ਜਿਹੜੀ ਆ ਅੰਡਰ ਰਾਈਟਿੰਗ ਆ, ਜਾਂ ਸਾਡਾ ਜਿਹੜਾ ਮੈਡੀਕਲ ਆ, ਫੀਲ ਫਰੀ ਹੋ ਕੇ ਕਰੋ, ਰਾਈਟ। ਸਾਨੂੰ ਕੋਈ ਇਹਦੇ ਵਿੱਚ ਕੋਈ ਓਲਾ ਨਹੀਂ ਰੱਖਦੇ ਹੈਗੇ ਆਪਾਂ, ਰਾਈਟ, ਕਰਕੇ ਆਪਾਂ ਨੂੰ ਪਤਾ ਹੁੰਦਾ ਵੀ ਆਪਾਂ ਯੰਗ ਐਂਡ ਹੈਲਥੀ ਆ। ਪਰ ਅਗਰ ਆਪਾਂ ਨੂੰ ਕੋਈ ਹੈਲਥ ਪ੍ਰੋਬਲਮ ਆ ਜਾਂਦੀ ਆ, ਆਪਾਂ ਕਹਿੰਦੇ ਆ ਵੀ ਅਸੀਂ ਜਿਹੜਾ ਆ ਵੀ ਰੈਕਟ ਦੇ ਵਿੱਚ ਨਹੀਂ ਜਾਣਾ ਚਾਹੀਦਾ ਵੀ ਸਾਡੀ ਜਿਹੜੀ ਪਾਲਿਸੀ ਆ ਇਧਰ ਡਿਕਲਾਈਨ ਕਰ ਦਿੱਤੀ ਆ, ਕਰਕੇ ਆਪਾਂ ਜਿੱਦਾਂ ਤੁਸੀਂ ਮੈਂਸ਼ਨ ਕੀਤਾ ਹੈ ਵੀ ਆਪਾਂ ਨੂੰ ਕੋਈ ਹੈਲਥ ਇਸ਼ੂ, ਜਾਂ ਆਪਣੇ ਪਰਿਵਾਰ ਨੂੰ, ਆਪਣੇ ਮਾਮ ਡੈਡ ਨੂੰ ਕਹਿ ਲਓ ਕੋਈ ਹੈਲਥ ਇਸ਼ੂ ਆ ਜੋ ਆਪਣੀ ਫੈਮਿਲੀ ਦੇ ਵਿੱਚ ਰਨ ਕਰ ਰਿਹਾ ਆ, ਸੋ ਉਹਦੇ ਕਰਕੇ ਵੀ ਆਪਾਂ ਨੂੰ ਇੰਸ਼ੋਰੈਂਸ ਨਹੀਂ ਮਿਲਣੀ ਹੈਗੀ। ਮੇ ਵੀ ਆਪਾਂ ਡਿਕਲੇਅਰ ਕੀਤੀ ਆ, ਬੈਂਕਰਪਸੀ ਡਿਕਲੇਅਰ ਕੀਤੀ ਹੈ, ਜਾਂ ਹੋ ਸਕਦਾ ਹੈ ਵੀ ਆਪਾਂ ਨੂੰ ਕੋਈ ਡਰਾਈਵਿੰਗ ਦੇ ਵਿੱਚ ਆਪਾਂ ਚਾਰਜ ਹੋ ਗਏ ਆ, ਰਾਈਟ, ਡਰਿੰਕ ਐਂਡ ਡਰਾਈਵਿੰਗ। ਸੋ ਕਈ ਤਰ੍ਹਾਂ ਦੇ ਰੀਜ਼ਨ ਹੋ ਸਕਦੇ ਆ, ਜਾਂ ਆਪਾਂ ਵੈਸੇ ਹੀ ਨੀਡਲ ਤੋਂ ਡਰਦੇ ਆ ਵੀ ਆਪਾਂ ਕਹਿੰਦੇ ਆ ਅਸੀਂ ਜਿਹੜਾ ਆਪਣਾ ਬਲੱਡ ਆ ਅਸੀਂ ਨਹੀਂ ਕਢਾਉਣਾ ਚਾਹੁੰਦੇ ਹੈਗੇ। ਸੋ ਇਹ ਜਿਹੜੇ ਰੀਜ਼ਨ ਆ, ਇਹ ਕਹਿ ਲਓ ਵੀ ਜਿਹੜੀ ਇੰਸ਼ੋਰੈਂਸ ਆ ਸਾਰੇ ਰੀਜ਼ਨਾਂ ਨੂੰ ਮੁੱਖ ਰੱਖਦੇ ਹੋਏ ਜਦੋਂ ਆਪਾਂ ਇਹ ਪਾਲਿਸੀ ਕਰਾਉਂਦੇ ਆ, ਇੱਕ ਤਾਂ ਇਹਦੇ ਵਿੱਚ ਜਿਹੜੀ ਅੰਡਰ ਰਾਈਟਿੰਗ ਆ ਉਹ ਫਰੰਟ ਤੇ ਹੋ ਜਾਂਦੀ ਆ, ਉਹਦੇ ਵਿੱਚ ਜਦੋਂ ਅੰਡਰ ਰਾਈਟਿੰਗ ਕਰਦੇ ਆ ਤੋਂ ਕੁਐਸਚਨ ਪੁੱਛੇ ਜਾਂਦੇ ਆ। ਸੋ ਤੁਸੀਂ ਕੁਐਸਚਨ ਜਿਹੜੇ ਆ ਉਹ ਬੜੀ ਆਨੈਸਟੀ ਨਾਲ ਤੁਸੀਂ ਆਪਣੇ ਆਨਸਰ ਕਰਨੇ ਆ, ਤੇ ਇੱਕ ਦੋ ਹੀ ਕੁਐਸਚਨ ਹੁੰਦੇ ਆ, ਤੇ ਜਿਹੜੀ ਪਾਲਿਸੀ ਆ ਉਹ ਤੁਹਾਨੂੰ ਮਿਲ ਜਾਂਦੀ ਆ। ਤੇ ਰੈਕਟ ਦੇ ਵਿੱਚ ਵੀ ਕਿਤੇ ਨਹੀਂ ਜਾਂਦਾ ਹੈਗਾ ਵੀ ਤੁਹਾਨੂੰ ਕੋਈ ਹੈਲਥ ਇਸ਼ੂ ਸੀਗਾ ਕਿ ਨਹੀਂ ਸੀਗਾ, ਕੁਛ ਵੀ ਇਦਾਂ ਦਾ ਜਿਹੜਾ ਆ ਤੁਹਾਡਾ ਰੈਕਡ ਨਹੀਂ ਬਣਦਾ ਹੈਗਾ। ਸੋ ਜੇ ਅਗਰ ਤੁਸੀਂ ਇਹ ਇੰਸ਼ੋਰੈਂਸ ਲੈ ਲੈਂਦੇ ਆ, ਦੈਨ ਮੇ ਬੀ ਯੂ ਆਰ ਥਿੰਕਿੰਗ ਗੋਇੰਗ ਓਕੇ ਸਾਡੇ ਕੋਲ ਇਹ ਇੰਸ਼ੋਰੈਂਸ ਹੋ ਗਈ ਆ, ਹੁਣ ਅਸੀਂ ਜਿਹੜੀ ਟ੍ਰੈਡੀਸ਼ਨਲ ਕੰਪਨੀਆਂ ਉਹਨਾਂ ਨਾਲ ਅਪਲਾਈ ਕਰਨਾ ਚਾਹੁੰਦੇ ਆ, ਸੋ ਅਸੀਂ ਦੇਖਣਾ ਚਾਹੁੰਦੇ ਆ ਮੇ ਬੀ ਦ ਪ੍ਰੀਮੀਅਮ ਇਜ਼ ਗੋਇੰਗ ਟੂ ਬੀ ਲਿਟਲ ਬਿਟ ਚੀਪਰ, ਰਾਈਟ। ਤੁਸੀਂ ਫਿਰ ਕਰ ਸਕਦੇ ਆ, ਤੁਹਾਡੇ ਮਨ ਦੇ ਵਿੱਚ ਕੋਈ ਡਰ ਨਹੀਂ ਰਹਿੰਦਾ ਹੈਗਾ ਵੀ ਅਗਰ ਉਹਨਾਂ ਨੇ ਨਾ ਕਰ ਦੇਣਗੇ ਜਾਂ ਸਾਡੀ ਪਾਲਿਸੀ ਨੂੰ ਰੇਟਡ ਕਰ ਦੇਣਗੇ, ਵੀ ਡੋਂਟ ਹੈਵ ਟੂ ਟੇਕ ਦੈਟ ਪਾਲਿਸੀ। ਅਸੀਂ ਕਹਿੰਦੇ ਵੀ ਅਸੀਂ ਪਾਲਿਸੀ ਇਹ ਫਿਰ ਨਹੀਂ ਲੈਣੀ ਹੈਗੀ। ਪਰ ਜਿਹੜੀ ਸਾਡੀ ਪਹਿਲਾਂ ਇੰਸ਼ੋਰੈਂਸ ਹੋਈ ਆ, ਰਾਈਟ, ਸੋ ਜਿਹੜੀ ਨਾਨ ਮੈਡੀਕਲ ਇੰਸ਼ੋਰੈਂਸ ਅਸੀਂ ਕਰਾ ਲਈ ਆ, ਦੈਟਸ ਅ ਪੀਸ ਆਫ ਮਾਈਂਡ। ਸੋ ਇਹਦੇ ਵਿੱਚ ਥੋੜਾ ਜਿਹਾ ਆਪਾਂ ਨੂੰ ਕਹਿ ਲਓ ਵੀ ਫਾਇਦਾ ਹੀ ਹੋ ਜਾਂਦਾ ਆ, ਰਾਈਟ। ਤੇ ਆਪਣਾ ਜਿਹੜਾ ਰੈਕਡ ਆ ਉਹ ਵੀ ਜਿਹੜੀ ਹਿਸਟਰੀ ਆ ਉਹ ਵੀ ਨਹੀਂ ਬਣਦੀ ਹੈਗੀ, ਕਰਕੇ ਜਿਹੜੀ ਹਿਸਟਰੀ ਆ ਕਹਿ ਲਓ ਵੀ ਆਪਾਂ ਜਿਹੜੇ ਭਲਕ ਨੂੰ ਆਪਣੇ ਬੱਚਿਆਂ ਨੇ ਅਪਲਾਈ ਕਰਨਾ ਇੰਸ਼ੋਰੈਂਸ ਲਈ, ਅਗਰ ਆਪਣੀ ਹਿਸਟਰੀ ਚਲੇ ਜਾਂਦੀ ਵੀ ਆਪਣੇ ਕੋ ਆਹ
ਹੈਲਥ ਇਸ਼ੂ ਆ ਦੈਨ ਫਿਰ ਬੱਚਿਆਂ ਨੂੰ ਵੀ ਪ੍ਰੋਬਲਮ ਆਉਂਦੀ ਹੈ ਇੰਸ਼ੋਰੈਂਸ ਲੈਣ ਵਾਸਤੇ ਜੀ ਯਾ ਸੋ ਇਹਦੇ 'ਚ ਜਦੋਂ ਤੁਸੀਂ ਹੁਣੇ ਇੱਕ ਜ਼ਿਕਰ ਕੀਤਾ ਹੈਗਾ ਕਿ ਜਦੋਂ ਡਿਕਲਾਈਨ ਹੋ ਜਾਂਦੀ ਹੈ ਇੰਸ਼ੋਰੈਂਸ ਸੋ ਫਿਰ ਕਿਹੜੀਆਂ ਆਪਸ਼ਨਸ ਬਚ ਜਾਂਦੀਆਂ ਜਦੋਂ ਕਿਸੇ ਆਪਾਂ ਲੈਟਸ ਸੇ ਆਪਾਂ ਇੱਕ ਏਜੰਸੀ ਦੇ ਨਾਲ ਜਾਂ ਕੰਪਨੀ ਦੇ ਨਾਲ ਆਪਣਾ ਗੱਲਬਾਤ ਕੀਤੀ ਹੈ ਉਹ ਡਿਕਲਾਈਨ ਕਰ ਦਿੰਦੇ ਆ ਕੀ ਉਹਦਾ ਰੈਕਡ ਬਣ ਜਾਂਦਾ ਜਾਂ ਦੂਜੀ ਇੰਸ਼ੋਰੈਂਸ ਕੰਪਨੀ ਨੂੰ ਪਤਾ ਲੱਗ ਜਾਂਦਾ ਕਿ ਇਹਨਾਂ ਨੇ ਜੀ ਪਹਿਲਾਂ ਟਰਾਈ ਕੀਤੀ ਸੀ ਉਸ ਕੰਪਨੀ ਨੇ ਇਹਨਾਂ ਨੂੰ ਇਹ ਚੀਜ਼ ਇੰਸ਼ੋਰੈਂਸ 'ਚ ਪ੍ਰੋਡਕਟ ਜਿਵੇਂ ਤੁਸੀਂ ਕਹਿੰਦੇ ਹੋ ਨਹੀਂ ਦਿੱਤਾ ਤਾਂ ਉਹ ਫਿਰ ਕੀ ਉਹਦੇ ਕੋਲ ਆਪਸ਼ਨ ਬਚਦੀਆਂ ਬਾਅਦ ਹਾਂਜੀ ਇਟਸ ਅ ਗ੍ਰੇਟ ਕੁਐਸਚਨ ਹਾਂਜੀ ਰੈਕਡ ਜ਼ਰੂਰ ਬਣਦਾ ਆ ਅਗਰ ਆਪਾਂ ਜਿਹੜੀ ਇੰਸ਼ੋਰੈਂਸ ਲਈ ਅਪਲਾਈ ਕਰਦੇ ਆ ਟ੍ਰੈਡੀਸ਼ਨਲ ਇੰਸ਼ੋਰੈਂਸ ਜਿਹੜੀਆਂ ਕੰਪਨੀਆਂ ਜਿਹੜੀਆਂ ਆਪਣਾ ਬਕਾਇਦਾ ਤੌਰ ਤੇ ਆਪਣਾ ਮੈਡੀਕਲ ਕਰਦੀਆਂ ਆ ਆਪਣਾ ਦੈਨ ਜਿਹੜਾ ਸਾਰਾ ਰੈਕਡ ਆ ਉਹ MIB ਦੇ ਵਿੱਚ ਚੱਲ ਜਾਂਦਾ ਮੈਡੀਕਲ ਇਨਫੋਰਮੇਸ਼ਨ ਬਿਊਰੋ ਦੇ ਵਿੱਚ ਰੈਕਡ ਆਪਣਾ ਬਣ ਜਾਂਦਾ ਆ ਅਗਰ ਆਪਾਂ ਚਾਹੁੰਦੇ ਆ ਵੀ ਸਾਡਾ ਰੈਕਡ ਉੱਥੇ ਨਹੀਂ ਬਣਨਾ ਚਾਹੁੰਦਾ ਹੈ ਦੈਨ ਵੀ ਸ਼ੁਡ ਅਪਲਾਈ ਆਪਣੇ ਕੋਲ ਜਿਹੜੀਆਂ ਇੰਸ਼ੋਰੈਂਸ ਕੰਪਨੀਆਂ ਇਸ ਤਰ੍ਹਾਂ ਦੀਆਂ ਆ ਜਿਹੜੇ ਕਹਿੰਦੇ ਆ ਵੀ ਓਕੇ ਨੋ ਪ੍ਰੋਬਲਮ ਤੁਹਾਨੂੰ ਹਾਰਟ ਇਸ਼ੂ ਆਇਆ ਜਾਂ ਤੁਹਾਨੂੰ ਕੈਂਸਰ ਹੋਈ ਆ ਇਨ ਦਾ ਪਾਸਟ ਮੇਬੀ 1 ਸਾਲ ਪਹਿਲਾਂ ਜਾਂ 2 ਸਾਲ ਪਹਿਲਾਂ ਪਰ ਹੁਣ ਸਟੇਬਲ ਹੈਗੀ ਆ ਕੰਡੀਸ਼ਨ ਪਰ ਤੁਹਾਡੀ ਦਵਾਈ ਜਿਹੜੀ ਆ ਚੱਲ ਰਹੀ ਆ ਈਵਨ ਦੋ ਤੁਸੀਂ ਹਸਪੀਟਲ ਦੇ ਵਿੱਚ ਸਟੇ ਵੀ ਕੀਤੀ ਉਸ ਇਸ਼ੂ ਕਰਕੇ ਪਰ ਰਾਈਟ ਨਾਓ ਇਜ਼ ਸਟੇਬਲ ਸੋ ਇਸ ਹਾਲਤ ਦੇ ਵਿੱਚ ਆਪਾਂ ਜਿਹੜੀ ਇੰਸ਼ੋਰੈਂਸ ਆਪਾਂ ਇਹਨਾਂ ਨੂੰ ਆਫਰ ਕਰ ਸਕਦੇ ਹਾਂ ਤੇ ਇਹਦੇ ਵਿੱਚ ਭਾਜੀ ਇਦਾਂ ਵੀ ਹੈ ਥੋੜਾ ਬ੍ਰੋਕਰ ਦਾ ਐਕਸਪੀਰੀਅੰਸ ਵੀ ਮੈਟਰ ਕਰਦਾ ਆ ਕਿਉਂਕਿ ਜਦੋਂ ਆਪਾਂ ਕਲਾਇੰਟ ਨੂੰ ਮਿਲਦੇ ਆ ਜਦੋਂ ਆਪਾਂ ਕਹਿੰਦੇ ਆ ਵੀ ਉਹਨਾਂ ਦੀ ਜਿਹੜੀ ਪਲੈਨਿੰਗ ਆ ਜਾਂ ਉਹਨਾਂ ਦਾ ਜਿਹੜਾ ਆ ਪਲਾਨ ਆਪਾਂ ਇੰਸ਼ੋਰੈਂਸ ਦੇਣੀ ਆ ਉਹਨਾਂ ਨੂੰ ਸਾਰੇ ਉਹਨਾਂ ਤੋਂ ਜਦੋਂ ਕੁਐਸਚਨ ਪੁੱਛੇ ਜਾਂਦੇ ਆ ਤੇ ਉਸ ਵਕਤ ਤੇ ਫਿਰ ਆਪਾਂ ਜਿਹੜਾ ਆ ਬ੍ਰੋਕਰ ਆ ਉਸਨੇ ਆਪਣਾ ਮਾਈਂਡ ਬਣਾਉਣਾ ਹੁੰਦਾ ਹੈ ਵੀ ਮੈਂ ਹੁਣ ਜਿਹੜੀ ਇਹ ਕੇਸ ਜਿਹੜਾ ਆ ਇਹ ਮੈਂ ਇਸ ਕੰਪਨੀ A ਨੂੰ B ਨੂੰ ਲੈ ਕੇ ਜਾਣਾ ਆ ਜਿਹੜੇ ਪੂਰੀ ਤਰ੍ਹਾਂ ਉਹਨਾਂ ਦਾ ਮੈਡੀਕਲ ਕਰਨਗੇ ਬਲੱਡ ਯੂਰਿਨ ਸਾਰਾ ਕੁਝ ਚੈੱਕ ਕਰਨਗੇ ਕਿ ਮੈਂ ਇਹਨਾਂ ਦਾ ਕੇਸ ਜਿਹੜਾ ਆ ਨਾਨ ਮੈਡੀਕਲ ਜਿਹੜੀਆਂ ਇੰਸ਼ੋਰੈਂਸ ਕੰਪਨੀਆਂ ਉਹਨਾਂ ਦੇ ਕੋਲ ਜਾਵਾਂਗੇ ਸੋ ਹੁਣ ਆਪਾਂ ਜਿੱਦਾਂ ਆ ਮੇਰਾ ਆ ਜੀ ਵੀ ਆਪਾਂ ਸਾਰੀਆਂ ਕੰਪਨੀਆਂ ਜਿਹੜੀਆਂ ਮੇਜਰ ਕੰਪਨੀਆਂ ਉਹਨਾਂ ਨਾਲ ਡੀਲ ਕਰਦੇ ਆ ਸੋ ਵੀ ਹੈਵ ਅ ਚੋਇਸ ਸੋ ਆਪਾਂ ਜਿਹੜਾ ਕੇਸ ਆ ਵੀ ਇਸ ਕੰਪਨੀ 'ਚ ਨਹੀਂ ਪਾਣਾ ਇੱਧਰ ਪਾ ਦੇਣਾ ਆਪਾਂ ਕਈ ਵਾਰੀ ਇਦਾਂ ਵੀ ਕਰ ਦਿੰਦੇ ਆ ਵੀ ਜਿਹੜਾ ਕੇਸ ਆ ਦੋਨੋਂ ਕੰਪਨੀਆਂ ਨੂੰ ਸੇਮ ਟਾਈਮ ਤੇ ਅਪਲਾਈ ਕਰ ਦਈਏ ਸੋ ਉਹਦੇ ਵਿੱਚ ਕੀ ਹੁੰਦਾ ਹੈ ਵੀ ਸਾਡੀ ਜਿਹੜੀ ਇੰਸ਼ੋਰੈਂਸ ਆ ਜਿਹੜੀ ਨਾਨ ਮੈਡੀਕਲ ਕੰਪਨੀ ਆ ਉਹਨਾਂ ਨੇ ਅਪਰੂਵ ਕਰ ਦੇਣੀ ਆ ਅਗਰ ਜਿਹੜੀ ਟ੍ਰੈਡੀਸ਼ਨਲ ਕੰਪਨੀ ਉਹ ਨਾ ਵੀ ਕਰ ਦੇਣਗੇ ਦੈਨ ਆਪਾਂ ਨੂੰ ਕੋਈ ਵਰੀ ਨਹੀਂ ਹੈਗੀ ਵੀ ਹੈਵ ਅ ਪੀਸ ਆਫ ਮਾਈਂਡ ਸਾਨੂੰ ਇੰਸ਼ੋਰੈਂਸ ਮਿਲ ਗਈ ਆ so there's no issues right ਜੀ ਇੱਕ ਹੋਰ ਕੁਐਸਚਨ ਆਉਂਦਾ ਆਪਾਂ ਕਿਉਂਕਿ ਟਰਮੀਨੋਲੋਜੀ ਹੁੰਦੀ ਹੈ ਹਰ ਇੱਕ ਬਿਜ਼ਨਸ ਦੀ ਤਾਂ ਇਹਦੇ ਵਿੱਚ ਇੱਕ ਡੈਫਰਲ ਪੀਰੀਅਡ ਹੁੰਦਾ ਜਿਹਨੂੰ ਆਪਾਂ ਕਹਿ ਦਿੰਦੇ ਆ ਕਿ ਜੀ ਤੁਹਾਨੂੰ ਕੋਈ ਪ੍ਰਮੋਸ਼ਨ ਮਿਲ ਗਈ ਹੈ ਜਾਂ ਕੋਈ ਛੋੜ ਮਿਲਦੀ ਹੈ ਉਹਦੇ ਬਾਰੇ ਥੋੜਾ ਜਿਹਾ ਸਾਡੇ ਦਰਸ਼ਕਾਂ ਨੂੰ ਸਾਂਝ ਪਾਇਓ ਕਿ ਡੈਫਰਲ ਪੀਰੀਅਡ ਕੀ ਹੁੰਦਾ ਹਾਂਜੀ ਅਗੇਨ ਇਜ਼ ਅ ਗ੍ਰੇਟ ਕੁਐਸਚਨ ਸੋ ਕੰਪਨੀਆਂ ਜਿਹੜੀਆਂ ਆ ਇਹਦਾ ਕਹਿ ਲਓ ਵੀ ਟਰਮੀਨੋਲੋਜੀ ਜਿਹੜੀ ਆ ਡਿਫਰੈਂਟ ਵੇ ਯੂਜ਼ ਕਰਦੀਆਂ ਆ ਸੋ ਕਈ ਕੰਪਨੀਆਂ ਜਦੋਂ ਆਪਾਂ ਅਪਲਾਈ ਕਰਦੇ ਆ ਇੰਸ਼ੋਰੈਂਸ ਅਗਰ ਉਹਨਾਂ ਨੂੰ ਆਲਰੇਡੀ ਪਤਾ ਹੈ ਵੀ ਤੁਹਾਨੂੰ ਪਾਸ ਦੇ ਵਿੱਚ ਹੈਲਥ ਇਸ਼ੂ ਜਿਹੜੇ ਆਏ ਸੀਗੇ ਵੈਰੀ ਸੀਰੀਅਸ ਐਂਡ ਇਟ ਵਾਸ ਓਨਲੀ ਈਅਰ ਅਗੋ ਸੋ ਸਾਲ ਹੋ ਸਕਦਾ ਮੇਬੀ 2 ਸਾਲ ਪਹਿਲਾਂ ਆਏ ਆ ਪਰ ਰਾਈਟ ਨਾਓ ਇਜ਼ ਸਟੇਬਲ ਸੋ ਇੰਸ਼ੋਰੈਂਸ ਕੰਪਨੀ ਕਹਿ ਰਹੀ ਆ ਵੀ ਅਸੀਂ ਤੁਹਾਨੂੰ ਪ੍ਰੋਡਕਟ ਜ਼ਰੂਰ ਪ੍ਰੋਵਾਈਡ ਕਰਾਂਗੇ ਪਰ ਇਹਦੇ ਵਿੱਚ ਅਸੀਂ ਇੱਕ ਸ਼ਰਤ ਰੱਖ ਲੈਣੀ ਆ ਅਗਰ ਤੁਹਾਡੀ ਡੈਥ ਜਿਹੜੀ ਆ ਵਿਦਨ ਫਸਟ 2 years ਹੋ ਜਾਂਦੀ ਆ then what we will do is we going to give you your premium ਜਿੰਨਾ ਤੁਸੀਂ 2 ਸਾਲਾਂ ਵਿੱਚ ਪੇ ਕੀਤਾ ਆ ਪਲੱਸ 3% ਇੰਟਰਸਟ ਅਸੀਂ ਤੁਹਾਨੂੰ ਵਾਪਸ ਕਰ ਦੇਣਾ ਆ ਪਰ ਕਲੇਮ ਜਿਹੜਾ ਹੈ ਜੇ ਤੁਸੀਂ ਕਵਰੇਜ 3 ਲੱਖ ਦੀ ਲਈ ਆ ਉਹ 3 ਲੱਖ ਨਹੀਂ ਪੇ ਕੀਤਾ ਜਾਵੇਗਾ ਕਰਕੇ ਉਹਨਾਂ ਨੇ ਪਹਿਲੇ ਹੀ ਜਦੋਂ ਤੁਹਾਨੂੰ ਕੰਟਰੈਕਟ ਬਣ ਕੇ ਆਣਾ ਆ ਉਹਦੇ ਵਿੱਚ ਜਿਹੜਾ ਕਹਿ ਲਓ ਵੀ ਐਕਸਕਲੂਜਨ ਜਿਹੜਾ ਆ ਕੰਪਨੀ ਨੇ ਆਲਰੇਡੀ ਪਾ ਦੇਣਾ ਆ ਤੇ ਤੁਹਾਡੇ ਉਹਦੇ ਉੱਪਰ ਸਾਈਨ ਵੀ ਕਰਾ ਲੈਣੇ ਆ ਵੀ ਤੁਸੀਂ ਸਾਨੂੰ ਦੱਸਿਆ ਵੀ ਤੁਹਾਨੂੰ ਇਹ ਜਿਹੜਾ ਹੈਲਥ ਇਸ਼ੂ ਵੈਰੀ ਸੀਰੀਅਸ ਹੈਲਥ ਇਸ਼ੂ ਜਿਹੜਾ ਆ ਵੀ ਇਹ ਤੁਹਾਨੂੰ ਸਾਲ ਪਹਿਲਾਂ ਜਾਂ 2 ਸਾਲ ਪਹਿਲਾਂ ਆਇਆ ਆ ਉਹਦੇ ਕਰਕੇ ਅਸੀਂ ਜਿਹੜੀ ਆ ਜੇ ਤੁਹਾਡੀ ਕਹਿ ਲਓ ਵੀ ਡੈਥ ਹੁੰਦੀ ਆ ਵਿਦਨ ਫਸਟ 2 years ਫਿਰ ਅਸੀਂ ਕਲੇਮ ਜਿਹੜਾ ਨਹੀਂ ਪੇ ਕਰਨਾ ਤੇ ਅਸੀਂ ਬੇਸਿਕਲੀ ਜਿਹੜਾ ਇੰਟਰਸਟ ਉਹਦੇ ਉੱਪਰ ਲਾ ਕੇ ਤੁਹਾਡਾ ਦਿੱਤਾ ਹੋਇਆ ਪੈਸਾ ਤੁਹਾਨੂੰ ਵਾਪਸ ਕਰ ਦੇਣਾ ਹੈ ਨਾ ਇਹ ਤਾਂ ਹੋ ਗਈ ਆਪਣੀ ਜਿੱਦਾਂ ਕਹਿ ਲਓ ਵੀ ਮੈਡੀਕਲ ਹੈਲਥ ਰਿਲੇਟਡ ਜਿਹੜਾ ਡੈਫਰਡ ਪਲਾਨ ਜਿਹੜਾ ਕਹਿ ਰਹੇ ਆ ਇਹ ਅਗਰ ਆਪਣੀ ਡੈਥ ਹੁੰਦੀ ਆ ਵੀ ਅਚਾਨਕ ਆਪਣੀ ਐਕਸੀਡੈਂਟ ਕਰਕੇ ਡੈਥ ਹੋ ਜਾਂਦੀ ਆ ਦੈਨ ਦਾ ਕਲੇਮ ਵਿਲ ਬੀ ਪੇਡ ਫਰਮ day 1 ਸੋ ਉਹਦੇ ਵਿੱਚ ਕੋਈ ਰਿਸਟ੍ਰਿਕਸ਼ਨ ਨਹੀਂ ਅਗਰ ਤੁਸੀਂ 5 ਲੱਖ ਦੀ ਇੰਸ਼ੋਰੈਂਸ ਲਈ ਆ ਤੇ 5 ਲੱਖ ਹੀ ਪੇ ਕੀਤਾ ਜਾਏਗਾ
ਪਰ ਕੰਪਨੀਆਂ ਜਿਹੜੀਆਂ ਡਿਪੈਂਡ ਕਰਦਾ ਭਾਜੀ ਆਪਾਂ ਕੇਸ ਜਿਹੜਾ ਆ ਕਿਹੜੀ ਕੰਪਨੀ ਕੋਲ ਲੈ ਕੇ ਜਾ ਰਹੇ ਆ। ਕਈ ਕੰਪਨੀਆਂ ਦਾ 2 ਸਾਲ ਦਾ ਪੀਰੀਅਡ ਆ ਤੇ ਕਈ ਕੰਪਨੀਆਂ ਦਾ ਹੈਗਾ ਆ 1 ਸਾਲ ਦਾ ਪੀਰੀਅਡ। ਐਂਡ ਕਈ ਕੰਪਨੀਆਂ ਐਕਚੁਅਲੀ ਕਹਿੰਦੇ ਆ ਵੀ ਨੋ ਪ੍ਰੋਬਲਮ, ਸਾਨੂੰ ਤੁਸੀਂ ਦੱਸ ਦਿੱਤਾ ਵੀ ਕੀ ਇਸ਼ੂ ਸੀਗੇ, ਵੀ ਗੋਇੰਗ ਟੂ ਸਟਿਲ ਗਿਵ ਯੂ ਦੀ ਇੰਸ਼ੋਰੈਂਸ ਇਫ ਸਮਥਿੰਗ ਹੈਪਨਸ ਵਿਦਨ ਦ ਫਸਟ 2 years or in a year, ਅਸੀਂ ਤੁਹਾਨੂੰ ਜਿਹੜਾ ਕਲੇਮ ਉਹ ਪੇ ਕਰ ਦੇਵਾਂਗੇ। ਪਰ ਉਹ ਆਪਾਂ ਨੂੰ ਉਹਨਾਂ ਨੇ ਫਰੰਟ ਤੇ ਹੀ ਡਿਸਕਲੋਜ਼ ਕਰ ਦੇਣਾ, ਸੋ ਉਹਦੇ ਵਿੱਚ ਕੋਈ ਹਿਡਨ ਨਹੀਂ ਰਹਿੰਦਾ ਹੈਗਾ। ਹੁਣ ਤੀਸਰਾ ਆ ਜਾਂਦਾ ਹੈ ਜੀ ਜਦੋਂ ਆਪਾਂ ਨਾਨ ਮੈਡੀਕਲ ਇੰਸ਼ੋਰੈਂਸ ਲਈ ਅਪਲਾਈ ਕਰਦੇ ਹਾਂ, ਇਹ ਜਿਹੜੀ ਕੰਪਨੀ ਆਪਾਂ ਮੇਨਲੀ ਜਿਹੜੇ ਕਹਿ ਲਓ ਵੀ ਜਿਹੜੇ ਸੀਰੀਅਸ ਹੈਲਥ ਇਸ਼ੂ ਵਾਲੇ ਕਲਾਇੰਟ ਆ, ਆਪਾਂ ਇਸ ਕੰਪਨੀ ਕੋ ਜਾਂਦੇ ਆ ਤੇ ਇਹਨਾਂ ਨੇ ਬੇਸਿਕਲੀ ਕਹਿੰਦੇ ਆ ਵੀ ਤੁਸੀਂ 85 ਦੀ ਏਜ ਤੱਕ ਇੰਸ਼ੋਰੈਂਸ ਲੈ ਸਕਦੇ ਆ। ਸੋ ਹੋ ਸਕਦਾ ਹੈ ਮੇ ਬੀ ਲਾਈਕ ਦੇ ਆਰ 83 84 ਈਵਨ 85 ਤੇ ਵੀ ਆਪਾਂ ਇੰਸ਼ੋਰੈਂਸ ਅਪਲਾਈ ਕਰ ਸਕਦੇ ਹਾਂ। 10 ਸਾਲ ਦੀ ਟਰਮ ਲੈ ਸਕਦੇ ਹਾਂ ਜਾਂ 5 ਸਾਲ ਦੀ, ਜਾਂ ਆਪਾਂ ਪਰਮਾਨੈਂਟ ਇੰਸ਼ੋਰੈਂਸ ਪਲਾਨ ਲੈ ਸਕਦੇ ਡਿਪੈਂਡਿੰਗ ਔਨ ਜਿਹੜਾ ਕੇਸ ਆ, ਆਪਾਂ ਕਲਾਇੰਟ ਦੀ ਜਿਹੜੀ ਆ ਹੈਲਥ ਹਿਸਟਰੀ ਜਾਂ ਕਹਿ ਲਓ ਉਹਨਾਂ ਦਾ ਕੇਸ ਕਿਸ ਤਰ੍ਹਾਂ ਆ, ਆਪਾਂ ਉਸ ਤਰ੍ਹਾਂ ਅਪਲਾਈ ਕਰਦੇ ਹਾਂ ਤਾਂ ਕੰਪਨੀ ਜਿਹੜੀ ਆ 1 ਮਹੀਨੇ ਦਾ ਜਿਹੜਾ ਪ੍ਰੀਮੀਅਮ ਆ ਉਹਦੀ ਛੋੜ ਆਪਾਂ ਨੂੰ ਪ੍ਰੋਵਾਈਡ ਕਰਦੀ ਆ। ਸੋ ਆਪਾਂ ਜੇ ਅੱਜ August 15 ਆਪਾਂ ਇੰਸ਼ੋਰੈਂਸ ਅੱਜ ਲੈ ਰਹੇ ਆ ਤੇ ਆਪਾਂ ਨੂੰ 1 ਮੰਥ ਦਾ ਜਿਹੜਾ ਆ ਪ੍ਰੀਮੀਅਮ ਨਹੀਂ ਪੇ ਕਰਨਾ ਪੈਣਾ। ਯਾ ਸੋ ਦੈਟਸ ਬੇਸਿਕਲੀ ਇਨ ਨਟਸ਼ੈਲ ਕੰਪਨੀਆਂ ਜਿਹੜੀਆਂ ਡਿਫਰੈਂਟ ਵੇ ਆਫ ਡਿਫਰੈਂਟ ਜਿਹੜਾ ਪੀਰੀਅਡ ਆ ਉਹਨੂੰ ਯੂਜ਼ ਕਰਦੀਆਂ। ਜੀ ਬਿਲਕੁਲ, ਜਿਵੇਂ ਤੁਸੀਂ ਕਿਹਾ ਕਿ ਡਿਫਰੈਂਟ ਜਿਹੜੀਆਂ ਏਜੰਟਸ ਜਾਂ ਡਿਫਰੈਂਟ ਕੰਪਨੀਆਂ ਹੈਗੀਆਂ, ਉਹਨਾਂ ਦੇ ਕੋਲੇ ਡਿਫਰੈਂਟ ਆਪਾਂ ਕਹਿ ਸਕਦੇ ਹਾਂ ਕਿ ਪ੍ਰਮੋਸ਼ਨਸ ਉਹਨਾਂ ਦੀਆਂ ਹੁੰਦੀਆਂ। ਸੋ ਉਹਦੇ ਬਾਰੇ ਜੇ ਤੁਸੀਂ ਹੋਰ ਜਾਣਕਾਰੀ ਲੈਣੀ ਤਾਂ ਬਲਜੀਤ ਢੀਂਡਸਾ ਜੀ ਨਾਲ ਤੁਸੀਂ ਸੰਪਰਕ ਕਰ ਸਕਦੇ ਹੋ। ਨੰਬਰ ਸਕਰੀਨ ਤੇ ਆ ਰਹੇ ਨੇ 416 871 48 48 416 871 48 ਤੇ ਤੁਸੀਂ ਕਾਲ ਕਰ ਸਕਦੇ ਹੋ। ਜੇਕਰ ਤੁਸੀਂ ਇਹਨਾਂ ਦੇ ਫੋਨ ਨਹੀਂ ਪਿਕ ਕਰਦੇ ਕਈ ਵਾਰੀ ਕਿਉਂਕਿ ਕਲਾਇੰਟ ਦੇ ਨਾਲ ਜਾਂ ਕੋਈ ਕਈ ਵਾਰੀ ਕਹਿ ਸਕਦੇ ਹਾਂ ਕਿ ਆਪਾਂ ਫੋਨ ਤੋਂ ਆਸੇ-ਪਾਸੇ ਵੀ ਹੋ, ਤੁਸੀਂ ਮੈਸੇਜ ਜ਼ਰੂਰ ਛੱਡ ਦਿਓ, ਚਾਹੇ WhatsApp ਤੇ ਵੌਇਸ ਮੈਸੇਜ ਛੱਡ ਸਕਦੇ ਹੋ, ਲਿਖ ਕੇ ਮੈਸੇਜ ਕਰ ਸਕਦੇ ਹੋ। ਔਰ ਜੇਕਰ ਤੁਸੀਂ ਈਮੇਲ ਤੇ ਇਹਨਾਂ ਨਾਲ ਸੰਪਰਕ ਕਰਨਾ ਤਾਂ dindsa2015 @gmail.com ਤੇ ਤੁਸੀਂ ਜਿਹੜਾ ਉਹਨਾਂ ਦੇ ਨਾਲ ਸੰਪਰਕ ਕਰ ਸਕਦੇ ਹੋ। ਔਰ ਜੇਕਰ ਤੁਹਾਡੀ ਪਾਲਿਸੀ ਰੀਨਿਊ ਹੋਣ ਵਾਲੀ ਆ, ਤੁਸੀਂ ਚੈੱਕ ਕਰਾਉਣੀ ਚਾਹੁੰਦੇ ਹੋ, ਉਹ ਵੀ ਇਹ ਤੁਹਾਡੇ ਲਈ ਸੇਵਾਵਾਂ ਦਿੰਦੇ ਨੇ। ਔਰ ਜਦੋਂ ਵੀ ਤੁਸੀਂ ਇਹਨਾਂ ਨਾਲ ਬੈਠੋਗੇ, ਤੁਹਾਡੇ ਜਿਸ ਤਰ੍ਹਾਂ ਦੀ ਤੁਹਾਨੂੰ ਇੰਸ਼ੋਰੈਂਸ ਚਾਹੀਦੀ ਹੈ ਜਾਂ ਤੁਹਾਡੇ ਬਜਟ ਨੂੰ ਦੇਖ ਕੇ ਜਾਂ ਤੁਹਾਡੀਆਂ ਲੋੜਾਂ ਨੂੰ ਦੇਖ ਕੇ ਤੁਹਾਨੂੰ ਇਹ ਜਿਹੜੇ ਹੈਗੇ ਆ ਇੰਸ਼ੋਰੈਂਸ ਬਾਰੇ ਦੱਸਣਗੇ ਕਿ ਤੁਹਾਡੇ ਲਈ ਆਹ ਇੰਸ਼ੋਰੈਂਸ ਠੀਕ ਆ। ਸੋ ਇੱਕ ਵਾਰੀ ਜ਼ਰੂਰ ਕਾਲ ਜ਼ਰੂਰ ਕਰ ਲਓ ਜੇਕਰ ਤੁਸੀਂ ਕਿਸੇ ਵੀ ਤਰ੍ਹਾਂ ਦੀ ਇੰਸ਼ੋਰੈਂਸ ਇਹਨਾਂ ਕੋਲੋਂ ਕਰਵਾਉਣੀ ਜਾਂ ਨਾ ਕਰਵਾਉਣੀ, ਉਹ ਤੁਹਾਡੀ ਮਰਜ਼ੀ, ਪਰ ਕਾਲ ਕਰਕੇ ਇਹਨਾਂ ਨਾਲ ਇੱਕ ਵਾਰੀ ਤੁਸੀਂ ਮੀਟਿੰਗ ਜ਼ਰੂਰ ਕਰਕੇ ਦੇਖੋ, ਤੁਹਾਨੂੰ ਚੰਗਾ ਲੱਗੇਗਾ। ਸੋ ਬਲਜੀਤ ਜੀ, ਜਦੋਂ ਆਪਾਂ ਗੱਲ ਕਰਦੇ ਹਾਂ ਇੰਸ਼ੋਰੈਂਸ ਦੀ, ਔਰ ਇਹਦੇ ਵਿੱਚ ਇੱਕ ਸਾਡੇ ਆਪਾਂ ਕਹਿ ਸਕਦੇ ਹਾਂ ਕਿ ਡਰ ਜਾਂ ਤੈਬੂ ਹੈ ਕਿ ਡੈਥ ਹੋਣ ਤੋਂ ਬਾਅਦ ਹੀ ਜਿਹੜੀਆਂ ਸਾਰੀਆਂ ਇੰਸ਼ੋਰੈਂਸਿਸ ਮਿਲਦੀਆਂ ਹੈਗੀਆਂ, ਕੁਝ ਇਸ ਤਰ੍ਹਾਂ ਵੀ ਹੈਗਾ ਕਿ ਵੀ ਆਪਾਂ ਕਹਿ ਦਈਏ ਕਿ ਡੈਥ ਹੋਣ ਤੋਂ ਪਹਿਲਾਂ ਵੀ ਕੀ ਆਪਾਂ ਨੂੰ ਕੁਝ ਕਵਰੇਜ ਮਿਲ ਸਕਦੀਆਂ, ਔਰ ਕਿਹੜੀਆਂ ਇੰਸ਼ੋਰੈਂਸ ਜਾਂ ਕਿਸ ਤਰ੍ਹਾਂ ਦੀਆਂ ਜਿਹੜੀਆਂ ਉਹ ਪਾਲਿਸੀਜ਼ ਹੈਗੀਆਂ? ਹਾਂਜੀ, ਅਗੇਨ ਇਜ਼ ਅ ਗ੍ਰੇਟ ਕੁਐਸਚਨ। ਸੋ ਆਪਾਂ ਜਦੋਂ ਇੰਸ਼ੋਰੈਂਸ ਪ੍ਰੋਵਾਈਡ ਕਰਦੇ ਹਾਂ, ਜਿਹੜੀ ਬੁਕਲੇਟ ਆਪਾਂ ਨੂੰ ਆਉਂਦੀ ਆ ਜਾਂ ਜਿਹੜਾ ਬ੍ਰੋਕਰ ਆ ਜਦੋਂ ਤੁਹਾਨੂੰ ਐਕਸਪਲੇਨ ਕਰਦਾ ਹੈ ਇਨ ਡੀਟੇਲ, ਤੁਸੀਂ ਇਹ ਜਿਹੜੇ ਕੁਐਸਚਨ ਆ ਐਕਚੁਅਲੀ ਡਾਇਰੈਕਟਲੀ ਉਹਨਾਂ ਨੂੰ ਪੁੱਛੋ, ਕਿਉਂਕਿ ਇਹਦੇ ਵਿੱਚ ਕਈ ਵਾਰੀ ਆਪਣੇ ਵੀ ਆਇਆ ਸੁਣਨ ਦੇ ਵਿੱਚ ਕਈ ਵਾਰੀ ਕਲਾਇੰਟ ਕਹਿੰਦੇ ਆ ਵੀ ਇਸ ਲਾਈਕ ਓਨਲੀ ਜਦੋਂ ਮੇਰੀ ਡੈਥ ਹੋ ਜਾਣੀ ਆ ਉਦੋਂ ਹੀ ਕਲੇਮ ਪੇ ਕੀਤਾ ਜਾਏਗਾ। ਬਹੁਤ ਸਾਰੀਆਂ ਕੰਪਨੀਆਂ ਆ ਜਾਂ ਪਲਾਨ ਕਹਿ ਲਓ ਜਿਨ੍ਹਾਂ ਦੇ ਵਿੱਚ ਅਗਰ ਆਪਾਂ ਨੂੰ ਡਾਇਗਨੋਸ ਕੋਈ ਹੋ ਜਾਂਦਾ, ਸੀਰੀਅਸ ਇਲਨੈਸ ਆ ਜਾਂਦੀ ਆ, ਉਹਦੇ ਵਿੱਚ ਆਪਾਂ ਨੂੰ ਕਹਿ ਲਓ ਵੀ ਡਾਕਟਰ ਕਹਿ ਰਹਿੰਦਾ ਆ ਵੀ ਤੁਹਾਡੇ ਕੋਲ 6 ਮੰਥ ਆ ਲਾਈਕ। So in that case, or is a very very serious disability, ਉਸ ਹਾਲਤ ਦੇ ਵਿੱਚ ਜਿਹੜੀ ਕੰਪਨੀ ਆ, ਮੰਨ ਲਓ ਵੀ ਆਪਾਂ ਜਿਹੜੀ ਕਵਰੇਜ ਆ 5 ਲੱਖ ਦੀ ਲਈ ਆ ਜਾਂ ਲੱਖ ਦੀ ਆ ਜਾਂ 3 ਲੱਖ ਦੀ ਆ, ਮਿਲੀਅਨ ਦੀ ਆ, ਉਹਦੇ ਵਿੱਚੋਂ ਕਈ ਕੰਪਨੀਆਂ ਜਿਹੜੀਆਂ 50 ਤੋਂ 75%, ਸੋ 50 ਤੋਂ 75% ਜਿਹੜਾ ਆ ਉਹਦਾ ਜਿਹੜਾ ਕਹਿ ਲਓ ਵੀ ਕਵਰੇਜ ਦਾ ਪਾਰਟ ਬਣਦਾ ਆ, ਕੰਪਨੀਆਂ ਜਿਹੜੀਆਂ ਕਹਿ ਦਿੰਦੀਆਂ ਵੀ ਤੁਹਾਨੂੰ ਅਸੀਂ ਹੁਣ ਪੇ ਕਰ ਸਕਦੇ ਹਾਂ, ਜਿਹੜਾ ਤੁਸੀਂ ਆਪਣੇ ਜੀਂਦੇ ਜੀ ਜਿੱਦਾਂ ਵੀ ਤੁਸੀਂ ਉਸ ਨੂੰ ਯੂਜ਼ ਕਰਨਾ ਚਾਹੁੰਦੇ ਆ ਤੁਸੀਂ ਯੂਜ਼ ਕਰ ਸਕਦੇ ਆ। ਪਰ ਓਨਲੀ ਇਨ ਸੀਰੀਅਸ ਸਿਚੁਏਸ਼ਨਸ, ਜਦੋਂ ਆਪਾਂ ਨੂੰ ਪਤਾ ਲੱਗ ਜਾਂਦਾ ਆ ਵੀ ਆਪਣੇ ਕੋਲ ਹੁਣ ਇੰਨਾ ਟਾਈਮ ਨਹੀਂ ਹੈਗਾ, ਉਸ ਹਾਲਤ ਦੇ ਵਿੱਚ ਕੰਪਨੀਆਂ ਜਿਹੜੀਆਂ ਆ ਆਪਣੀ ਥੋੜ੍ਹੀ ਹੈਲਪ ਕਰ ਦਿੰਦੀਆਂ ਆ ਵੀ, ਜਾਂ ਕਹਿ ਲਓ ਵੀ ਆਪਾਂ ਦੀ ਜਿਹੜੀ ਕਵਰੇਜ ਆ ਉਹਦਾ ਆਪਾਂ ਨੂੰ ਪਾਰਟ ਜਿਹੜਾ ਆ
ਪਹਿਲੇ ਹੀ ਇਨ ਲੰਪ ਸਮ ਫਾਰਮ ਦੇ ਵਿੱਚ ਦੇ ਦਿੰਦੀਆਂ ਤੇ ਉਹਦੇ ਉੱਪਰ ਇਹ ਵੀ ਆ ਵਾ ਜਿਵੇਂ ਆਪਾਂ ਨੂੰ ਕੋਈ ਟੈਕਸ ਨਹੀਂ ਪੇ ਕਰਨਾ ਪੈਂਦਾ ਰਾਈਟ ਈਵਨ ਦੋ ਪੈਸਾ ਜਿਹੜਾ ਆ ਇੰਸ਼ੋਰਡ ਨੂੰ ਦਿੱਤਾ ਗਿਆ ਹੈ ਨਾ ਕਿ ਬੈਨੀਫਿਸ਼ਰੀ ਨੂੰ ਰਾਈਟ ਸੋ ਇਟਸ ਅਗੇਨ ਇਹ ਜਿਹੜੇ ਕੁਐਸਚਨ ਆ ਤੁਸੀਂ ਇਹ ਪਲਾਨ ਜਦੋਂ ਲੈ ਰਹੇ ਆ ਇਹਨਾਂ ਚੀਜ਼ਾਂ ਦਾ ਜ਼ਰੂਰ ਧਿਆਨ ਰੱਖੋ ਤੇ ਜ਼ਰੂਰ ਆਪਣੇ ਬ੍ਰੋਕਰ ਤੋਂ ਇਹ ਗੱਲਬਾਤ ਇਹਦੇ ਬਾਰੇ ਜ਼ਰੂਰ ਕਰੋ ਵੀ ਇਸ ਪਾਲਿਸੀ ਵਿੱਚ ਇਨਕਲੂਡ ਕੀ ਹੈਗਾ ਆ ਸੋ ਜਦੋਂ ਇੱਕ ਜਿਹੜਾ ਮੇਰਾ ਆਖਰੀ ਕੁਐਸਚਨ ਹੈਗਾ ਅੱਜ ਦੇ ਇਸ ਸੈਗਮੈਂਟ ਦਾ ਕਿ ਬਹੁਤ ਸਾਰੇ ਸਾਡੇ ਜਿਹੜੇ ਦੇਖਣ ਤੇ ਸੁਣਨ ਵਾਲੇ ਆ ਉਹਨਾਂ ਨੇ ਕਿਹਾ ਕਿ ਜਦੋਂ ਕਲੇਮ ਲੈਣ ਦੀ ਵਾਰੀ ਆਉਂਦੀ ਹੈ ਹਾਂਜੀ ਤਾਂ ਕੀ ਕਲੇਮ ਆਸਾਨੀ ਨਾਲ ਮਿਲ ਜਾਂਦਾ ਔਰ ਕਿੰਨਾ ਕੁ ਟਾਈਮ ਲੱਗਦਾ ਔਰ ਇਹਦੇ ਬਾਰੇ ਥੋੜ੍ਹਾ ਸਾਡੇ ਦਰਸ਼ਕਾਂ ਨੂੰ ਦੱਸੋ ਕਿ ਜਦੋਂ ਕਲੇਮ ਆਪਾਂ ਨੇ ਲੈਣਾ ਉਦੋਂ ਟਾਈਮ ਪੀਰੀਅਡ ਕਿੰਨਾ ਰਾਈਟ ਵੇ ਮਿਲ ਜਾਂਦਾ ਜਾਂ ਵੇਟ ਕਰਨੀ ਪੈਂਦੀ ਹੈ ਜਾਂ ਕੁਛ ਕੁ ਜਿਹੜੇ ਉਹਨਾਂ ਦੇ ਆਪਾਂ ਕਹਿ ਸਕਦੇ ਹਾਂ ਕਿ ਜੋ ਵੀ ਉਹਨਾਂ ਦੀਆਂ ਲੋੜਾਂ ਹੁੰਦੀਆਂ ਕੰਪਨੀ ਵਾਲਿਆਂ ਦੀਆਂ ਕਿ ਆਹ ਸਾਨੂੰ ਡਾਕੂਮੈਂਟਸ ਚਾਹੀਦੇ ਨੇ ਉਹ ਦੇ ਕੇ ਪ੍ਰੋਵਾਈਡ ਕਰਕੇ ਕਿੰਨਾ ਕੁ ਟਾਈਮ ਲੱਗਦਾ ਟੋਟਲ ਹਾਂਜੀ ਇਸ ਗੱਲ ਦੇ ਵਿੱਚ ਭਾਜੀ ਬ੍ਰੋਕਰ ਦਾ ਰੋਲ ਅਗੇਨ ਬਹੁਤ ਇੰਪੋਰਟੈਂਟ ਆ ਕਲੇਮ ਟਾਈਮ ਰਾਈਟ ਸੋ ਕਈ ਵਾਰੀ ਆਪਾਂ ਸੋਚਦੇ ਹਾਂ ਜਦੋਂ ਆਪਾਂ ਇੰਸ਼ੋਰੈਂਸ ਨੂੰ ਅਪਲਾਈ ਕਰਦੇ ਹਾਂ ਤੇ ਆਪਾਂ ਕਹਿੰਦੇ ਹਾਂ ਵੀ ਥੋੜਾ ਜਿਹਾ ਆਪਾਂ ਕਈ ਵਾਰੀ $2 $5 $5 ਵਾਸਤੇ ਆਪਾਂ ਕਹਿ ਦਿੰਦੇ ਹਾਂ ਜਿਹੜਾ ਉਹ ਬ੍ਰੋਕਰ ਆ ਉਹ ਮੈਨੂੰ ਥੋੜੀ ਸਸਤੀ ਇੰਸ਼ੋਰੈਂਸ ਦੇ ਰਿਹਾ ਆ ਪਰ ਤੁਸੀਂ ਆਪਾਂ ਇਦਾਂ ਨਹੀਂ ਘੋਕਦੇ ਨਹੀਂ ਚੰਗੀ ਤਰ੍ਹਾਂ ਜਿਹੜਾ ਪ੍ਰੋਡਕਟ ਆਪਾਂ ਲੈ ਰਹੇ ਹਾਂ ਉਹ ਕਿਸ ਤਰ੍ਹਾਂ ਦਾ ਪ੍ਰੋਡਕਟ ਲੈ ਰਹੇ ਆ ਸੋ ਹੋ ਸਕਦਾ ਹੈ ਵੀ ਪ੍ਰੀਮੀਅਮ ਇਜ਼ ਲੈਸ ਪਰ ਤੁਹਾਨੂੰ ਕਲੇਮ ਨਹੀਂ ਮਿਲਣਾ ਹੈਗਾ ਉਹਦੇ ਵਿੱਚ ਰਾਈਟ ਸੋ ਜਦੋਂ ਆਪਾਂ ਆਪਣਾ ਜਿਹੜਾ ਕਹਿ ਲਓ ਵੀ ਪਲਾਨ ਤਿਆਰ ਕਰਦੇ ਆ ਅਸੀਂ ਕੁਐਸਚਨ ਹੀ ਇਸ ਕਰਕੇ ਪੁੱਛਦੇ ਆ ਕਲਾਇੰਟ ਨੂੰ ਵੀ ਤੁਸੀਂ ਪੂਰੀ ਆਨੈਸਟੀ ਨਾਲ ਸਾਨੂੰ ਆਨਸਰ ਕਰਨਾ ਆ ਕਰਕੇ ਜਦੋਂ ਹੁਣ ਆਪਾਂ ਇਹ ਜਿਹੜਾ ਪਲਾਨ ਤਿਆਰ ਕਰ ਰਹੇ ਆ ਤੁਹਾਡੇ ਵਾਸਤੇ ਹੁਣ ਆਪਣੇ ਕੋਲ ਸੋਲੂਸ਼ਨ ਹੈਗਾ ਆ ਅਗਰ ਆਪਾਂ ਨੂੰ ਕੋਈ ਵੀ ਹੈਲਥ ਇਸ਼ੂ ਆ ਜਾਂ ਆਪਾਂ ਨੂੰ ਕੋਈ ਵੀ ਪ੍ਰੋਬਲਮ ਆ ਕਰਕੇ ਆਪਣੇ ਵਿੱਚ ਬਹੁਤ ਦੇਖਣ ਵਿੱਚ ਆਇਆ ਵੀ ਜੀ ਵੀ ਬਹੁਤ ਕਹਿ ਲਓ ਵੀ ਕਈ ਵਾਰੀ ਵੀਰ ਜਿਹੜੇ ਆ ਉਹ ਜਿਹੜੇ ਵੀਟਲ ਨਟ ਆ ਉਹ ਲੈ ਰਹੇ ਹੁੰਦੇ ਆ ਰਾਈਟ ਪਰ ਉਹ ਫੈਮਿਲੀ ਨੂੰ ਕਹਿ ਲਓ ਵੀ ਡਿਸਕਲੋਜ਼ ਨਹੀਂ ਕਰਦੇ ਹੈਗੇ ਵੀ ਉਹ ਸਮੋਕਿੰਗ ਕਰ ਰਹੇ ਆ ਬਾਹਰ ਜਾਂ ਇਹ ਚੀਜ਼ ਲੈ ਰਹੇ ਆ ਸੋ ਉਹਨਾਂ ਲਈ ਵੀ ਇਹ ਜਿਹੜਾ ਪਲਾਨ ਆ ਮੈਂ ਹਮੇਸ਼ਾ ਕਹੂੰਗੀ ਵੀ ਇਜ਼ ਆਈ ਰეკਮੈਂਡ ਦਿਸ ਪਲਾਨ ਬਿਕਾਜ਼ ਇਹਦੇ ਵਿੱਚ ਕੰਪਨੀ ਨੂੰ ਆਲਰੇਡੀ ਪਤਾ ਆ ਵੀ ਜਿਹੜੇ ਆਪਣੇ ਕਹਿ ਲਓ ਵੀ ਇਜ਼ ਵੈਰੀ ਵੈਰੀ ਕਾਮਨ ਬੀਟਲ ਨਟਸ ਜਿਹੜੇ ਲੈ ਰਹੇ ਆ ਉਹਨਾਂ ਨੂੰ ਇੰਸ਼ੋਰੈਂਸ ਦਿੱਤੀ ਜਾਂਦੀ ਸੋ ਜਿਹੜੀਆਂ ਇਹ ਕਈ ਵਾਰੀ ਚੀਜ਼ਾਂ ਹੁੰਦੀਆਂ ਤੇ ਸਾਨੂੰ ਵੀ ਪਤਾ ਆ ਐਜ਼ ਅ ਬ੍ਰੋਕਰ ਵੀ ਜਿਹੜਾ ਕਲੇਮ ਆ ਉਹ ਇਸ ਵਜ੍ਹਾ ਨਾਲ ਨਹੀਂ ਦਿੱਤਾ ਗਿਆ ਹੈਗਾ ਸੋ ਜਦੋਂ ਅਸੀਂ ਪ੍ਰੋਡਕਟ ਜਿਹੜੀ ਹੈ ਆਪਾਂ ਕਹਿ ਲਓ ਵੀ ਪਲਾਨ ਲਈ ਅਪਲਾਈ ਕਰਦੇ ਆ ਅਸੀਂ ਉਸ ਕੰਪਨੀ ਲਈ ਅਪਲਾਈ ਕਰਨਾ ਆ ਜਿਹਦੇ ਵਿੱਚ ਸਾਨੂੰ ਪਤਾ ਆ ਵੀ ਇਹਦਾ ਕਲੇਮ ਜਿਹੜਾ 100% ਪੇ ਕੀਤਾ ਜਾਏਗਾ ਕਰਕੇ ਅਸੀਂ ਕੰਪਨੀ ਦਾ ਜਿਹੜਾ ਆ ਕਲੇਮ ਐਕਸਪੀਰੀਅੰਸ ਦੇਖਦੇ ਆ ਤੇ ਉਹਦੇ ਵਿੱਚ ਮੈਂ ਹਮੇਸ਼ਾ ਫੇਰ ਕਹਾਂਗੀ ਕਿ ਤੁਸੀਂ ਜਦੋਂ ਬ੍ਰੋਕਰ ਨਾਲ ਗੱਲ ਕਰਦੇ ਆ ਪੂਰੀ ਆਨੈਸਟੀ ਨਾਲ ਜਵਾਬ ਦਿਓ ਸਾਰੀ ਡਿਸਕਲੋਜ਼ ਕਰ ਦਿਓ ਇਨਫੋਰਮੇਸ਼ਨ ਦੈਨ ਵੀ ਹੈਵ ਦ ਸੋਲੂਸ਼ਨ ਸੋ ਜਦੋਂ ਹੁਣ ਕਲੇਮ ਟਾਈਮ ਜਿਹੜਾ ਆ ਕੰਪਨੀ ਦੀ ਰਿਕੁਆਇਰਮੈਂਟਸ ਬੇਸਿਕਲੀ ਇੱਕ ਤਾਂ ਇਹ ਹੁੰਦੀ ਆ ਵੀ ਤੁਹਾਡਾ ਜਿਹੜਾ ਆ ਬੈਨੀਫਿਸ਼ਰੀ ਜਿਹੜਾ ਆ ਉਹਦੀ ਜਿਹੜੀ ਆਪਾਂ ਰਿਲੇਸ਼ਨਸ਼ਿਪ ਆ ਫੁੱਲੀ ਤਰ੍ਹਾਂ ਡਿਸਕਲੋਜ਼ ਕੀਤੀ ਆ ਦੂਸਰਾ ਹੈਗਾ ਆ ਵੀ ਜੇ ਤੁਹਾਡੀ ਡੈਥ ਇੱਥੇ ਕੈਨੇਡਾ ਵਿੱਚ ਹੋਈ ਆ ਜਾਂ ਕਿਤੇ ਹੋਰ ਵੀ ਕੰਟਰੀ ਵਿੱਚ ਹੋਈ ਆ ਜਿਹੜਾ ਆਪਾਂ ਕਹਿ ਲਓ ਵੀ ਸਰਟੀਫਿਕੇਟ ਜਿਹੜਾ ਹੈ ਡੈਥ ਦਾ ਸਰਟੀਫਿਕੇਟ ਆਪਾਂ ਜੇ ਪੰਜਾਬੀ ਵਿੱਚ ਕਹਿੰਦੇ ਆ ਉਹ ਆਪਾਂ ਨੂੰ ਜ਼ਰੂਰ ਪ੍ਰੋਵਾਈਡ ਕਰਨਾ ਪੈਂਦਾ ਆ ਤੀਸਰਾ ਇਹਦੇ ਵਿੱਚ ਜ਼ਰੂਰ ਉਹਦੇ ਵਿੱਚ ਡਿਸਕਲੋਜ਼ ਕਰਨਾ ਪੈਂਦਾ ਆ ਵੀ ਡਾਕਟਰ ਨੇ ਦੇਖਣਾ ਹੁੰਦਾ ਹੈ ਵੀ ਤੁਹਾਡੀ ਜਿਹੜੀ ਡੈਥ ਆ ਕਿਸ ਰੀਜ਼ਨ ਕਰਕੇ ਹੋਈ ਆ ਰਾਈਟ ਹੁਣ ਜੇ ਆਪਾਂ ਇੱਕ ਐਗਜ਼ਾਮਪਲ ਦੇ ਤੌਰ ਤੇ ਲੈਨੇ ਆ ਜਦੋਂ ਆਪਾਂ ਐਪਲੀਕੇਸ਼ਨ ਫਾਈਲ ਕੀਤੀ ਤੇ ਉਹਦੇ ਵਿੱਚ ਆਪਾਂ ਲਿਖਾ ਦਿੱਤਾ ਵੀ ਮੈਂ ਬਿਲਕੁਲ ਡਰਿੰਕ ਨਹੀਂ ਕਰਦਾ ਹੈਗਾ ਰਾਈਟ ਪਰ ਆਪਣੀ ਜਿਹੜੀ ਕਹਿ ਲਓ ਵੀ ਜਦੋਂ ਅਚਾਨਕ ਜਦੋਂ ਆਪਣੀ ਡੈਥ ਹੋਈ ਐਟ ਦੀ ਐਂਡ ਉਹ ਡੈਥ ਹੋਈ ਆਪਣਾ ਡਰਿੰਕਿੰਗ ਕਰਕੇ ਰਾਈਟ ਸੋ ਹੁਣ ਜਿੱਦਾਂ ਡਾਕਟਰ ਨੇ ਡਿਸਕਲੋਜ਼ ਕਰ ਦੇਣਾ ਵੀ ਲਾਈਕ ਮੇਬੀ ਹੀ ਸਟਾਰਟ ਡਰਿੰਕਿੰਗ 5 years ago, maybe 2 years ago, ਪਰ ਉਹਨਾਂ ਨੂੰ ਪਤਾ ਲੱਗ ਜਾਂਦਾ ਆ ਵੀ ਜਿਹੜਾ ਆਪਣਾ ਲਿਵਰ ਆ ਉਹ ਕਿੰਨਾ ਕੁ ਉਹਨੂੰ ਨੁਕਸਾਨ ਜਾਂ ਕਿਡਨੀਜ਼ ਕਹਿ ਲਓ ਉਹਨਾਂ ਨੂੰ ਨੁਕਸਾਨ ਇਹ ਹੁਣ ਇਹਨਾਂ ਨੇ ਵੀਕ ਪਹਿਲਾਂ ਡਰਿੰਕਿੰਗ ਸਟਾਰਟ ਕੀਤੀ ਤੋਂ ਹੋਇਆ ਕਿ ਇਹਨਾਂ ਨੇ ਪਹਿਲਾਂ ਤੋਂ ਹੀ ਡਰਿੰਕ ਕਰਦੇ ਆ ਸੋ ਜਿਹੜੀਆਂ ਇਦਾਂ ਦੀਆਂ ਚੀਜ਼ਾਂ ਆ ਉਹ ਜ਼ਰੂਰ ਕੰਪਨੀ ਦੇਖਦੀ ਆ ਪਰ ਇਹ ਅਗੇਨ ਡਿਪੈਂਡ ਕਰਦਾ ਹੈ ਜਿਹੜਾ ਮੈਡੀਕਲ ਪ੍ਰੋਫੈਸ਼ਨਸ ਆ ਜਿਹੜੇ ਡਾਕਟਰਸ ਆ ਉਹਨਾਂ ਦੀ ਰਿਪੋਰਟ ਤੇ ਹੀ ਜਿਹੜੀਆਂ ਕੰਪਨੀਆਂ ਆ ਉਹ ਤੁਹਾਨੂੰ ਕਲੇਮ ਦਿੰਦੀਆਂ ਆ ਸੋ ਅਗਰ ਆਪਾਂ ਸਾਰੀ ਇਨਫੋਰਮੇਸ਼ਨ ਪ੍ਰੋਵਾਈਡ ਕਰਦੇ ਆ ਦੈਨ देयर इज नो ਇਸ਼ੂ
ਮੇਰੇ ਕਲੇਮ ਭਾਜੀ ਮੈਂ 5 ਕਲੇਮ ਲਾਸਟ ਈਅਰ ਪੇ ਕੀਤੇ ਆ देयर वाज नो ਇਸ਼ੂ ਵਿਦਨ 3 ਵੀਕਸ ਬਲੀਵ অর ਨਾਟ ਜੀ ਹਾਗੇ ਦੇ ਫੈਮਿਲੀ ਜਿਹੜੀ ਆ ਉਹ ਗਰੀਵੇ ਕਰ ਰਹੀ ਆ ਰਾਈਟ ਸੋ ਮੈਂ ਪਹੁੰਚ ਗਈ ਆ ਆਪਣਾ ਜਿਹੜਾ ਕਹਿ ਲਓ ਵੀ ਚੈੱਕ ਲੈ ਕੇ ਐਂਡ ਫੈਮਿਲੀ ਨੂੰ ਉਸ ਟਾਈਮ ਤੇ ਲੋੜ ਵੀ ਬੜੀ ਹੁੰਦੀ ਆ ਤੇ ਫੈਮਿਲੀ ਜਿਹੜੀ ਆ ਐਕਚੁਅਲੀ ਉਹਨਾਂ ਦੀ ਫਾਈਨੈਂਸ਼ੀਅਲ ਨੀਡ ਨੂੰ ਦੇਖਦੇ ਹੋਏ ਬੜਾ ਅਪਰੀਸ਼ੀਏਟ ਵੀ ਬੜਾ ਕਰਦੇ ਆ ਕਿ ਕਹਿੰਦੇ ਆ ਵੀ ਜਿਹੜੇ ਆਪਣੇ ਰਿਸ਼ਤੇਦਾਰ ਆ ਸਾਰੇ ਆ ਜਾ ਰਹੇ ਆ ਨੋ ਡਾਊਟ ਪਰ ਉਹਨਾਂ ਦੇ ਕੋਲੋਂ ਕਹਿ ਲਓ ਵੀ ਜੇ ਫਾਈਨੈਂਸ਼ੀਅਲ ਹੈਲਪ ਲੈਣੀ ਹੋਵੇ ਤਾਂ ਦੇ ਡੋਨਟ ਹੈਵ ਦ ਮਨੀ ਬਿਕਾਜ਼ ਐਵਰੀਬਾਡੀ ਇਜ਼ hand to mouth, right? So that's basically in nutshell I want to say claim ਜਿਹੜਾ ਆ 100% it gets paid ਪਰ at the beginning ਤੁਸੀਂ ਸਿਰਫ ਪ੍ਰੀਮੀਅਮ ਨਹੀਂ ਦੇਖੋ ਵੀ ਉਹ ਡਾਲਰ ਸਾਨੂੰ ਸੇਵ ਹੋ ਰਿਹਾ ਜਾਂ $2 you want to look at the long run ਜਿਹੜੀ ਵੀ ਮੈਂ ਅੱਜ ਇੰਸ਼ੋਰੈਂਸ ਲੈ ਰਿਹਾ ਆ ਮੈਂ 10 ਸਾਲ ਇਹਦੇ ਪੇ ਕੀਤੇ ਜਾਂ ਮੈਂ 20 ਸਾਲ ਪੇ ਕੀਤੇ ਆ I want to make sure the claim gets paid ਜੀ ਬਿਲਕੁਲ ਜੀ ਉਮੀਦ ਹੈ ਅੱਜ ਦਾ ਪ੍ਰੋਗਰਾਮ ਤੁਹਾਨੂੰ ਪਸੰਦ ਆਇਆ ਹੋਵੇਗਾ ਔਰ ਜੇਕਰ ਤੁਸੀਂ ਕਿਸੇ ਵੀ ਕੁਐਸਚਨ ਦਾ ਆਨਸਰ ਚਾਹੁੰਦੇ ਹੋ ਤਾਂ ਤੁਸੀਂ ਸਾਡੇ ਨਾਲ ਗੱਲਬਾਤ ਕਰ ਸਕਦੇ ਹੋ ਸਕਰੀਨ ਤੇ ਨੰਬਰ ਨੇ ਬਲਜੀਤ ਢੀਂਡਸਾ ਜੀ ਦੇ 416 871 48 48 416 871 4848 ਤੇ ਕਾਲ ਕੀਤੀ ਜਾ ਸਕਦੀ ਆ ਵੌਇਸ ਮੈਸੇਜ WhatsApp ਮੈਸੇਜ ਈਮੇਲ ਕਰਨੀ ਆ dindsa2015@gmail.com ਤੇ ਇਹਨਾਂ ਨਾਲ ਈਮੇਲ ਕਰਕੇ ਤੁਸੀਂ ਰਾਬਤਾ ਕਾਇਮ ਕਰ ਸਕਦੇ ਹੋ ਸੋ ਬਲਜੀਤ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਆਪਦੇ ਬਹੁਤ ਕੀਮਤੀ ਸਮੇਂ ਦੇ ਵਿੱਚੋਂ ਸਮਾਂ ਕੱਢ ਕੇ ਸਾਡੇ ਦਰਸ਼ਕਾਂ ਨੂੰ ਸਾਂਝ ਪਾਉਂਦੇ ਹੋ ਔਰ ਬਹੁਤ ਜਿਹੜੀ ਇਨਫੋਰਮੇਟਿਵ ਕਹਿੰਦੇ ਆ ਕਿ ਇਨਫੋਰਮੇਸ਼ਨ ਤੁਸੀਂ ਲੈ ਕੇ ਆਉਂਦੇ ਹੋ ਦਰਸ਼ਕਾਂ ਦੇ ਰੂਬਰੂ ਔਰ ਉਹਦੇ ਨਾਲ ਸਾਡੇ ਜਿਹੜੇ ਦਰਸ਼ਕ ਹੈਗੇ ਉਹਨਾਂ ਨੂੰ ਬਹੁਤ ਹੀ ਜਾਣਕਾਰੀ ਮਿਲਦੀ ਹੈ ਔਰ ਫਾਈਨੈਂਸ ਨਾਲ ਰਿਲੇਟਡ ਜਿਹੜੀਆਂ ਗੱਲਾਂ ਬਾਤਾਂ ਤੁਸੀਂ ਕਰਦੇ ਹੋ ਬਹੁਤ ਬਹੁਤ ਤੁਹਾਡਾ ਧੰਨਵਾਦ ਸੋ ਆਉਣ ਵਾਲੇ ਹਫਤੇ ਅਸੀਂ ਫਿਰ ਤੁਹਾਡੇ ਲਈ ਇੱਕ ਨਵਾਂ ਸੈਗਮੈਂਟ ਲੈ ਕੇ ਹਾਜ਼ਰ ਹੋਵਾਂਗੇ ਤਦ ਤੱਕ ਸਾਨੂੰ ਦਿਓ ਇਜਾਜ਼ਤ ਤੁਹਾਡਾ ਸਾਡਾ ਸਾਰਿਆਂ ਦਾ ਰੱਬ ਰਾਖਾ ਸਤਿ ਸ੍ਰੀ ਅਕਾਲ ਜੀ ਪੰਜਾਬ ਇੰਸ਼ੋਰੈਂਸ ਦੇ ਬਲਜੀਤ ਕੌਰ ਢੀਂਡਸਾ ਤੁਹਾਡੀਆਂ ਜ਼ਰੂਰਤਾਂ ਮੁਤਾਬਕ ਪਾਲਿਸੀ ਵਧੀਆ ਰੇਟ ਉੱਪਰ ਲੈ ਕੇ ਦਿੰਦੇ ਨੇ ਹਰ ਤਰ੍ਹਾਂ ਦੀ ਵਧੀਆ ਇੰਸ਼ੋਰੈਂਸ ਲਈ ਭਰੋਸੇ ਅਤੇ ਇਮਾਨਦਾਰੀ ਵਾਲਾ ਨਾਮ ਬਲਜੀਤ ਕੌਰ ਢੀਂਡਸਾ ਲਾਈਫ ਇੰਸ਼ੋਰੈਂਸ ਡਿਸੇਬਿਲਿਟੀ ਤੇ ਕ੍ਰਿਟੀਕਲ ਇਲਨੈਸ ਸੁਪਰ ਵੀਜ਼ਾ ਟਰੈਵਲ ਇੰਸ਼ੋਰੈਂਸ ਤੇ ਬੱਚਿਆਂ ਲਈ RESP ਸੈਗਰੀਗੇਟ ਫੰਡਸ ਤੇ TFSA ਲਈ ਲੌਂਗ ਟਰਮ ਬੈਨੀਫਿਟ ਤੇ ਵਧੀਆ ਪ੍ਰਾਈਸ ਜੇ ਚਾਹੋ ਤਾਂ ਅੱਜ ਹੀ ਇੰਸ਼ੋਰੈਂਸ ਸਪੈਸ਼ਲਿਸਟ ਬਲਜੀਤ ਕੌਰ ਢੀਂਡਸਾ ਨੂੰ ਕਾਲ ਘੁਮਾਓ 416 871 48 48 416 871 4848